ਅੱਜ ਜੋ ਟੈਕਸਸ ਦੇ ਵਿੱਚ 45-46 ਬੱਚੇ ਜਿਹੜੇ ਮਰੇ ਹੈ, ਜਿਹੜੇ ਵੀ ਲੋਕੀ ਡੋਂਕੀ ਲਾ ਕੇ ਜਾ ਰਹੇ ਸੀ, क्या वो बच्चे इन्ने काबिल नहीं सी कि वो पंजाब या अपने देश च रह के कुछ कर सकन? आ डोंकी वाला जो सिस्टम है यही है जी। तुसी एक बच्चा अपने अखां तो ओझल कर रहे हो, जे तुसी ये सोच रहे हो कि उत्थे जाके वापस आ जाएगा, वो असी अपने बच्चे नूं मौत दे मूंह च धकेल रहे हैं। वन साइडेड वे है वो की काम है, वो 1 रुपए की चीज तुहानू 2 रुपए च देगा और वो 1 रुपए और चो मुनाफा कर रहा और तुहानू कह के चल रहा बाय 1 गेट 1 फ्री। 13 प्रो मैक्स है जी ਉਹਦੇ को, पापा मैं भी जावांगा ਤੇ मैं भी ਉੱਥੇ जाके कमाई करके। पर ਇਹ ਗੱਲ मैं ਅੱਜ भी कहना, बाहर जाके कमाई करनी सौखी नहीं है। ਜੇ ਇਹ सोच रहे हो कि बाहर जाके काम मिल गया, ਆਪਾਂ ਕੰਮ कर लिया और ਆਪਾਂ सैटल हो गए, सर वो चीज़ नहीं है। मैं कहना ਉਹਦੇ ਨਾਲੋਂ अपने इंडिया च पैसे कमा लो, 2 रोटियां घट खा लो सर, बट बाहर जाके इदां दे डोंकी वर्गे तरीके से बाहर जाके मैं साथ नहीं दांगा। ये सब तो वड्डी गलती जो बच्चा जिंदगी दी करदा है ना, डॉक्यूमेंट लैके एजेंट दे हाथ दे दिंदा है ते कह दिंदा है सर तुसी सब कुछ करना है। मैं ये चीज़ सोच रहा कि मैं इनू चंगी साइड लैके जावां कि जित्थों मैनू पैसा वध आ रहा मैं उत्थे जावां, या मैं बाहर जाना आपां करियर फोकस हाँ ते आपां उस चीज़ नू उदा यूज करिए, बजाए जाके एजेंट दे हाथ डॉक्यूमेंट दे के कि तुसी करना है। ਆਪਾਂ ਜਦ ਆਪਣੀ ਅੱਖਾਂ ਦੇ ਪੱਟੀ ਬੰਨ ਕੇ ਗਏ ਆ ਨਾ ਸਰ, ਫਿਰ ਤੇ ਉਹ ਅਨਪੜ੍ਹ ਬੱਚਾ ਤੇ ਇੱਕ ਪੜ੍ਹਿਆ ਲਿਖਿਆ ਬੱਚਾ ਇੱਕ ਬਰਾਬਰ ਹੈ। ਤੁਸੀਂ ਬੇਝਿਜਕ ਆਪਣੀ ਪ੍ਰੋਫਾਈਲ ਖੁਦ ਦੇਖੋ, ਤੁਸੀਂ ਆਪਣੀ ਕਾਬਲੀਅਤ ਪ੍ਰਿੰਸ ਜੀ ਇਹਨਾਂ ਨੂੰ ਚਾਹੀਦਾ ਆਪ ਵੇਖਣ। ਬੇਹਿੰਮਤੇ ਨੇ ਬਹਿ ਕੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲੱਗਦੀ ਉਹਨਾਂ ਦੀ, ਘਰੋਂ ਬਣਾ ਕੇ ਤੁਰਦੇ ਜਿਹੜੇ ਨਕਸ਼ਾ ਆਪਣੇ ਸਫ਼ਰਾਂ ਦਾ। ਸਤਿ ਸ਼੍ਰੀ ਅਕਾਲ। ਔਨ-에ਅਰ ਦੇ ਨਾਲ ਔਨ-에ਅਰ ਹੋ ਤੁਸੀਂ ਤੇ ਮੈਂ ਹਾਂ ਪ੍ਰਿੰਸ ਭਾਰਦਵਾਜ। ਇਹ ਜਿਹੜੀਆਂ ਮੈਂ 17 ਬੋਲੀਆਂ ਨੇ ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਬਾਬਾ ਨਜਮੀ ਹੋਰਾਂ ਦੀਆਂ, ਇਹ 17 ਦੀ ਜਿਹੜੀ ਅਖੀਰਲੀ ਲਾਈਨ ਹੈ ਕਿ ਘਰੋਂ ਬਣਾ ਕੇ ਚੱਲਦੇ ਜਿਹੜੇ ਨਕਸ਼ਾ ਆਪਣੇ ਸਫ਼ਰਾਂ ਦਾ, ਇਹ ਬਹੁਤ ਮਹੱਤਵਪੂਰਨ ਗੱਲ ਹੈ। ਜਦੋਂ ਤੱਕ ਅਸੀਂ ਆਪਣੇ ਘਰ ਤੋਂ ਉਹ ਡਿਜ਼ਾਈਨ, ਉਹ ਨਕਸ਼ਾ ਬਣਾ ਕੇ ਨਹੀਂ ਚੱਲਾਂਗੇ ਤਾਂ ਅਸੀਂ ਮੰਜ਼ਿਲ ਵੱਲ ਕਦੇ ਵੀ ਸਹੀ ਤਰੀਕੇ ਨਾਲ ਨਹੀਂ ਪਹੁੰਚ ਸਕਦੇ, ਜਾਂ ਫਿਰ ਮੰਜ਼ਿਲ ਦੇ ਵਿੱਚ ਪਹੁੰਚਣ ਦੇ ਵਿੱਚ ਸਾਨੂੰ ਔਖ ਆਏਗੀ। ਇੱਕ ਬਹੁਤ ਵੱਡਾ ਮਸਲਾ ਹੈ, ਇੱਕ ਬਹੁਤ ਵੱਡਾ ਇਸ਼ੂ ਹੈ ਜਿਸ ਨੂੰ ਪੰਜਾਬ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਐਡਰੈਸ ਹੋ ਰਿਹਾ, ਜਿਸ ਦੇ ਨਾਲ ਪੰਜਾਬ ਲਗਾਤਾਰ ਜੂਝਦਾ ਆ ਰਿਹਾ। ਉਹ ਮਸਲਾ ਇਹ ਹੈ ਕਿ ਪੰਜਾਬ ਦੇ ਵਿੱਚੋਂ ਪ੍ਰਵਾਸ ਲਗਾਤਾਰ ਹੋ ਰਿਹਾ। ਸਮੇਂ-ਸਮੇਂ ਦੇ ਉੱਤੇ ਵੱਖ-ਵੱਖ ਚਿੰਤਕ ਨੇ ਜਿਹੜੇ, ਜਾਂ ਵੱਖ-ਵੱਖ ਲੋਕ ਨੇ, ਉਹ ਇਸ ਗੱਲ ਦੇ ਉੱਤੇ ਚਿੰਤਾ ਜ਼ਾਹਰ ਕਰ ਰਹੇ ਨੇ ਕਿ ਪੰਜਾਬ ਦੀ ਨੌਜਵਾਨੀ, ਪੰਜਾਬ ਦਾ ਟੈਲੈਂਟ ਪੰਜਾਬ ਤੋਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਪ੍ਰਵਾਸ ਕਰ ਰਿਹਾ, ਇੱਥੋਂ ਉੱਥੇ ਸ਼ਿਫਟ ਹੋ ਰਿਹਾ, ਟਰੈਵਲ ਹੋ ਰਿਹਾ। ਸ਼ਬਦ ਉਸ ਨੂੰ ਬ੍ਰੇਨ ਡਰੇਨ ਦਾ ਵੀ ਨਾਮ ਦਿੱਤਾ ਗਿਆ, ਕਿਉਂਕਿ ਸਾਡੇ ਸਾਰੇ ਜਿਹੜੇ ਕਾਬਲ ਦਿਮਾਗ ਨੇ, ਉਹ ਕਾਬਲ ਦਿਮਾਗ ਇੱਥੋਂ +2 ਕਰਨ ਤੋਂ ਬਾਅਦ ਜਾਂ ਇੱਥੋਂ ਹਾਇਰ ਐਜੂਕੇਸ਼ਨ ਕਰਨ ਤੋਂ ਬਾਅਦ ਆਪਣੇ ਚੰਗੇ ਫਿਊਚਰ ਦੇ ਲਈ, ਇਹ ਸ਼ਬਦ ਬਹੁਤ ਮਹੱਤਵਪੂਰਨ ਹੈ, ਚੰਗਾ ਫਿਊਚਰ। ਇਸ ਕਰਕੇ ਵਿਦੇਸ਼ਾਂ ਦੀ ਧਰਤੀ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਜਾਂ ਯੂਰਪ ਦੇ ਵਿੱਚ ਜਾਂ ਨਿਊਜ਼ੀਲੈਂਡ ਦੇ ਵਿੱਚ ਸਾਡੇ ਨੌਜਵਾਨ ਸੈਟਲ ਹੋਣਾ ਚਾਹੁੰਦੇ ਨੇ। ਸਿਰਫ ਨੌਜਵਾਨ ਨਹੀਂ, ਉਹਨਾਂ ਦੇ ਮਾਤਾ ਪਿਤਾ ਨੇ ਜਿਹੜੇ, ਹਰ ਮਾਤਾ ਪਿਤਾ ਦੀ ਇਹ ਇੱਛਾ ਹੁੰਦੀ ਹੈ ਜਾਂ ਇੱਛਾ ਹੈ ਅੱਜ ਕੱਲ੍ਹ ਕਿ ਆਪਣੇ ਬੱਚੇ ਨੂੰ +2 ਕਰਾਈਏ, ਨਾਲ ਹੀ IELTS ਕਰਵਾਈਏ ਤੇ ਉਸ ਨੂੰ ਹਾਇਰ ਸਟੱਡੀ ਦੇ ਲਈ ਜਾਂ ਵਰਕ ਪਰਮਿਟ ਦੇ ਉੱਤੇ ਵਿਦੇਸ਼ ਭੇਜ ਦਿੱਤਾ ਜਾਵੇ। ਵਿਦੇਸ਼ ਭੇਜ ਦਿੱਤਾ ਜਾਵੇ ਜਾਂ ਵਿਦੇਸ਼ ਭੇਜਣਾ, ਇਹ ਸਭ ਤੋਂ ਅਹਿਮ, ਸਭ ਤੋਂ ਜਟਿਲ, ਸਭ ਤੋਂ ਐਸੀ ਪ੍ਰਕਿਰਿਆ ਹੈ ਜਿਸ ਪ੍ਰਕਿਰਿਆ ਦਾ ਸਭ ਤੋਂ ਜ਼ਿਆਦਾ ਸਾਫ਼ ਹੋਣਾ, ਜਿਸ ਪ੍ਰਕਿਰਿਆ ਦਾ ਸਭ ਤੋਂ ਜ਼ਿਆਦਾ ਸਪਸ਼ਟ ਹੋਣਾ ਬਹੁਤ ਲਾਜ਼ਮੀ ਹੈ। ਇਸੇ ਪ੍ਰਕਿਰਿਆ ਕਰਕੇ ਸਾਨੂੰ ਅਕਸਰ ਖਬਰਾਂ ਵੇਖਣ ਨੂੰ ਔਰ ਸੁਣਨ ਨੂੰ ਮਿਲਦੀਆਂ ਨੇ ਕਿ ਨੌਜਵਾਨ ਇੱਥੋਂ ਤਾਂ 30, 35, 40, 50 ਲੱਖ ਰੁਪਈਆ ਲਾ ਕੇ ਫੌਰਨ ਦੇ ਜਹਾਜ਼ ਚੜ੍ਹ ਗਿਆ, ਪਰ ਉੱਥੇ ਨਾ ਸਹੀ ਤਰੀਕੇ ਨਾਲ ਪਹੁੰਚਿਆ। ਰਸਤੇ ਦੇ ਵਿੱਚ ਇੱਥੋਂ ਏਜੰਟਾਂ ਨੇ ਵੱਡੇ ਵੱਡੇ ਸਬਜ਼ ਬਾਗ ਦਿਖਾਏ, ਵੱਡੇ ਵੱਡੇ ਸੁਪਨੇ ਦਿਖਾਏ, ਮਾਪਿਆਂ ਨੇ ਘਰ ਵੇਚਿਆ, ਜ਼ਮੀਨ ਵੇਚੀ
ਤੇ ਫਿਰ ਆਪਣੇ ਪੁੱਤ ਨੂੰ ਭੇਜਿਆ ਵੀ, ਪਰ ਪੁੱਤ ਰੁਲਦਾ ਫਿਰਦਾ ਛੋਟੇ ਦੇਸ਼ਾਂ ਦੇ ਵਿੱਚ, ਜਿਹੜੇ ਦੇਸ਼ ਦਾ ਸੁਪਨਾ ਦਿਖਾਇਆ ਸੀ ਉੱਥੇ ਪਹੁੰਚਿਆ ਹੀ ਨਹੀਂ ਹੈ। ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਇਹ ਪ੍ਰੋਗਰਾਮ ਬਹੁਤ ਮਹੱਤਵਪੂਰਨ ਪ੍ਰੋਗਰਾਮ ਹੈ। ਇਸ ਕਰਕੇ ਮਹੱਤਵਪੂਰਨ ਹੈ ਕਿ ਅੱਜ ਸਵੇਰੇ ਹੀ ਬਹੁਤ ਵੱਡੀ ਖਬਰ ਸਾਹਮਣੇ ਆਈ ਕਿ ਮੈਕਸੀਕੋ ਤੋਂ ਅਮਰੀਕਾ ਦੇ ਸੂਬੇ ਟੈਕਸਾਸ ਦੇ ਵਿੱਚ ਏਦਾਂ ਹੀ ਡੌਂਕੀ ਲਾ ਕੇ ਗੈਰ ਕਾਨੂੰਨੀ ਪ੍ਰਵਾਸ ਦੇ ਰਾਹੀਂ ਇੱਕ ਟਰੱਕ ਦੇ ਵਿੱਚ 100 ਵਿਅਕਤੀ ਜਾ ਰਹੇ ਸੀ। ਬਹੁਤ ਜ਼ਿਆਦਾ ਗਰਮੀ ਕਰਕੇ, ਪਾਣੀ ਨਾ ਹੋਣ ਕਰਕੇ, ਆਕਸੀਜਨ ਦੀ ਘਾਟ ਕਰਕੇ ਉਹਨਾਂ 100 ਦੇ ਵਿੱਚੋਂ 46 ਦੀ ਮੌਤ ਹੋ ਗਈ, ਜਿਨ੍ਹਾਂ ਦੇ ਵਿੱਚ 4 ਬੱਚੇ ਵੀ ਸੀ। ਇਹ ਗੈਰ ਕਾਨੂੰਨੀ ਡੌਂਕੀ ਸੀ, ਗੈਰ ਕਾਨੂੰਨੀ ਪ੍ਰਵਾਸ ਸੀ। ਇਸ ਸਾਰੇ ਇਸ਼ੂ ਨੂੰ ਐਡਰੈਸ ਕਰਨ ਦੇ ਲਈ ਅੱਜ ਉਚੇਚੇ ਤੌਰ ਦੇ ਉੱਤੇ ਔਨ 에ਅਰ ਦੇ ਸਟੂਡੀਓ ਦੇ ਵਿੱਚ ਮਿਸਟਰ ਤਰੁਣ ਕੁਮਾਰ ਆਏ ਨੇ, ਜਿਹੜੇ ਏਪੈਕਸ ਇਮੀਗ੍ਰੇਸ਼ਨ ਐਕਸਪ੍ਰੈਸ ਪ੍ਰਾਈਵੇਟ ਲਿਮਟਿਡ ਜਲੰਧਰ ਤੋਂ ਨੇ। ਤਰੁਣ ਜੀ ਬਾਰੇ ਮੈਂ ਇੱਕ ਵਾਰੀ ਹੋਰ ਤੁਹਾਨੂੰ ਦੱਸ ਦਿਆਂ ਕਿ ਤਰੁਣ ਜੀ ICCRC ਯਾਨੀ ਕਿ ਕੈਨੇਡਾ ਦੇ ਵਿੱਚ ਕੈਨੇਡੀਅਨ ਜਿਹੜੇ ਕਾਨੂੰਨ ਨੇ, ਕੈਨੇਡੀਅਨ ਲਾਅ ਨੇ, ਕੈਨੇਡੀਅਨ ਲਾਅ ਰਿਪਰੈਜ਼ੈਂਟੇਟਿਵ ਨੇ, ਲਾਅ ਐਕਸਪਰਟ ਨੇ ਕੈਨੇਡਾ ਦੇ ਵਿੱਚ। ਤਾਂ ਤਰੁਣ ਜੀ ਨਾਲੋਂ ਬਿਹਤਰ ਸਾਨੂੰ ਕੋਈ ਨਹੀਂ ਦੱਸ ਸਕਦਾ, ਜਾਂ ਏਪੈਕਸ ਇਮੀਗ੍ਰੇਸ਼ਨ ਐਕਸਪ੍ਰੈਸ ਪ੍ਰਾਈਵੇਟ ਲਿਮਟਿਡ ਨਾਲੋਂ ਬਿਹਤਰ ਸਾਨੂੰ ਕੋਈ ਨਹੀਂ ਦੱਸ ਸਕਦਾ ਕਿ ਇਹ ਡੌਂਕੀਆਂ, ਗੈਰ ਕਾਨੂੰਨੀ ਪ੍ਰਵਾਸ ਇਹ ਹੁੰਦੇ ਕਿਉਂ ਨੇ, ਕਿਵੇਂ ਇਸ ਦੇ ਚੱਕਰਾਂ, ਇਸ ਦੇ ਜਾਲਾਂ ਦੇ ਵਿੱਚ ਅਸੀਂ ਜਾਂ ਸਾਡੇ ਜਿਹੜੇ ਮਾਤਾ ਪਿਤਾ ਨੇ ਉਹ ਫਸ ਜਾਂਦੇ ਨੇ। ਪਹਿਲਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਵਾਗਤ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ ਸਾਰੇ ਸਰੋਤਿਆਂ ਨੂੰ ਜੋ ਦੇਖ ਰਹੇ ਨੇ ਕਿ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਤੁਹਾਡਾ ਬਹੁਤ ਵੈਲਕਮ ਹੈ ਸਾਡੇ ਇੱਥੇ। ਤੇ ਅੱਜ ਜਿੱਦਾਂ ਕਿ ਸਰ ਨੇ, ਪ੍ਰਿੰਸ ਜੀ ਨੇ ਕਿਹਾ ਕਿ ਅੱਜ ਡੌਂਕੀ ਦਾ ਇੱਕ ਬਹੁਤ ਅਹਿਮ ਮੁੱਦਾ, ਜਿਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਬਹੁਤ ਛੋਟਾ ਹੈ ਜਾਂ ਇਹਦੇ ਉੱਤੇ ਆਪਾਂ ਕਹਿ ਨਹੀਂ ਪਾ ਰਹੇ ਕਿ ਇਹਨੂੰ ਆਪਾਂ ਸਪਸ਼ਟ ਕਿੱਦਾਂ ਕਰੀਏ ਜੀ। ਅੱਜ ਪੰਜਾਬ ਦੀ ਨੌਜਵਾਨ ਪੀੜ੍ਹੀ ਸਵੇਰੇ ਜਦੋਂ ਬੱਚਾ ਉੱਠਦਾ ਹੈ, ਮਾਂ ਪਿਓ ਪਾਲਦੇ ਹੈ, ਛੋਟੇ ਹੁੰਦੇ ਤੋਂ ਪ੍ਰਿੰਸ ਜੀ ਜਿੱਦਾਂ ਮਾਂ ਪਿਓ ਸੇਵਾ ਕਰਦੇ, ਬੱਚੇ ਨੂੰ ਐਡਾ ਆਲਣਾ ਦੇ ਕੇ ਇੰਨੀ ਖੁਸ਼ ਤਬੀਅਤ ਨਾਲ ਪਾਲਦੇ ਹੈ, ਇੰਨਾ ਵੱਡਾ ਕਰਦੇ ਹੈ ਕਿ ਵੱਡੇ ਹੋ ਕੇ ਉਹ ਉਹਨਾਂ ਦੇ ਸੁਪਨੇ ਪੂਰੇ ਕਰੇਗਾ। ਬਿਲਕੁਲ ਬਿਲਕੁਲ ਠੀਕ ਹੈ। ਤੇ ਕਈ ਕੀ ਹੈ ਅੱਜ ਕੱਲ ਪੰਜਾਬ ਦਾ ਜੋ ਰਿਵਾਜ ਹੈ, ਜੋ ਕਹਿ ਰਿਹਾ ਕਿ ਆਪਾਂ ਬਾਹਰ ਜਾਣਾ ਚਾਹੁੰਦੇ ਆ, ਬਾਹਰ ਜਾ ਕੇ ਆਪਾਂ ਸੈਟਲ ਹੋਣਾ ਚਾਹੁੰਦੇ ਆ, ਆਪਣੇ ਮਾਂ ਪਿਓ ਨੂੰ ਇੱਥੋਂ ਦੀ ਲੈ ਕੇ ਬਾਹਰ ਲਿਜਾ ਕੇ ਇੱਕ ਨਵੀਂ ਜ਼ਿੰਦਗੀ ਦੇਣਾ ਚਾਹੁੰਦੇ ਆ। ਜੀ ਜੀ। ਪਰ ਅੱਜ ਜੋ ਟੈਕਸਸ ਦੇ ਵਿੱਚ 45-46 ਬੱਚੇ ਜਿਹੜੇ ਮਰੇ ਹੈ, ਜਿਹੜੇ ਵੀ ਲੋਕੀ ਡੌਂਕੀ ਲਾ ਕੇ ਜਾ ਰਹੇ ਸੀ, ਕਿਆ ਉਹ ਬੱਚੇ ਇੰਨੇ ਕਾਬਲ ਨਹੀਂ ਸੀ ਕਿ ਉਹ ਪੰਜਾਬ ਜਾਂ ਆਪਣੇ ਦੇਸ਼ 'ਚ ਰਹਿ ਕੇ ਕੁਝ ਕਰ ਸਕਣ? ਇਹ ਬਹੁਤ ਇੰਪੋਰਟੈਂਟ ਇਸ਼ੂ ਚੱਕਿਆ ਤੁਸੀਂ ਤਰੁਣ ਜੀ, ਕਿ ਤੁਸੀਂ ਇਹ ਗੱਲ ਬੜੀ ਖੂਬਸੂਰਤ ਚੱਕੀ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਜਿਹੜੀ ਅੱਜ ਵਾਲੀ ਜਿਹੜੀ ਘਟਨਾ ਆਪਣੇ ਤੱਕ ਪਹੁੰਚਦੀ ਹੈ, 100 ਦੇ ਵਿੱਚੋਂ 46 ਲੋਕ ਮਰ ਜਾਂਦੇ ਆ, 4 ਬੱਚੇ ਆ ਉਹਦੇ ਵਿੱਚ, ਔਰ ਇੱਕ ਟਰੱਕ ਦੇ ਵਿੱਚ, ਕੰਟੇਨਰ ਦੇ ਵਿੱਚ ਉਹਨਾਂ ਨੂੰ ਮਤਲਬ ਜਿੱਦਾਂ ਆਪਾਂ ਮੁਰਗੇ ਜਾਂ ਮੁਰਗੀ ਖਾਨਿਆਂ ਦੇ ਵਿੱਚ ਤਾੜਦੇ ਆ, ਉੱਦਾਂ ਤਾੜੇ ਹੁੰਦੇ। ਇਸ ਘਟਨਾ ਨੂੰ ਲੈ ਕੇ ਪਹਿਲਾਂ ਜਾਂ ਇਸ ਤੋਂ ਪਹਿਲਾਂ ਵੀ ਜਿਹੜੀਆਂ ਡੌਂਕੀ ਦੀਆਂ ਖਬਰਾਂ ਸਾਡੇ ਕੋਲ ਆਉਂਦੀਆਂ ਨੇ, ਮੈਂ ਦੇਖਿਆ ਕਿ ਜਿਹੜੇ ਬੱਚੇ ਤੁਰ ਵੀ ਨਹੀਂ ਸਕਦੇ, ਜਿਹੜੇ ਗੋਦੀ ਦੇ ਵਿੱਚ ਨੇ, ਉਹਨਾਂ ਬੱਚਿਆਂ ਨੂੰ ਲੈ ਕੇ ਤਰੁਣ ਜੀ ਕੰਡੇ ਵਾਲੀਆਂ ਤਾਰਾਂ ਟੱਪੀਆਂ ਜਾ ਰਹੀਆਂ ਨੇ, 30-30 ਫੁੱਟ ਉੱਚੀ ਕੰਧ ਟੱਪੀ ਜਾ ਰਹੀ ਹੈ। ਮਤਲਬ ਇਸ ਡੌਂਕੀਆਂ ਨੂੰ ਤੁਸੀਂ ਕਿਵੇਂ ਲੈਂਦੇ ਹੋ? ਇਸ ਦੀ ਨੌਬਤ ਕਿਵੇਂ, ਕਿੱਥੋਂ ਆ ਜਾਂਦੀ ਹੈ? ਸਰ ਨੌਬਤ ਨਹੀਂ ਆਂਦੀ ਪ੍ਰਿੰਸ ਜੀ, ਮੈਂ ਕਲੀਅਰ ਕਰਨਾ ਚਾਹਨਾ, ਨੌਬਤ ਨਹੀਂ ਆਂਦੀ। ਜਦ ਆਪਾਂ ਬੱਚੇ ਨੂੰ, ਆਪਾਂ ਹੁਣ ਦੇਖੀਏ ਇੱਕ ਇਮੀਗ੍ਰੇਸ਼ਨ ਵੇ ਨਾਲ ਜਾਂ ਮੈਂ ਇੱਕ ਲਾਇਰ ਦੇ ਵੇ ਨਾਲ, ਮੈਂ ਅੱਜ ਲਾਇਰ ਦੇ ਵੇ ਨਾਲ ਨਹੀਂ ਗੱਲ ਕਰਾਂਗਾ ਕਿਉਂਕਿ ਇਹ ਮੁੱਦਾ ਥੋੜਾ ਜਿਹਾ ਬਹੁਤ ਕੀ ਕਹਿੰਦੇ ਟਿਪੀਕਲ ਹੈ, ਸੈਂਸਿਟਿਵ ਹੈ। ਆਪਾਂ ਬੱਚਿਆਂ ਨੂੰ ਲੈ ਕੇ ਜਾਂ ਜਿਹੜੇ ਜਾਂਦੇ ਹੈ, ਜਿਹੜੇ ਮਾਪਿਓ ਭੇਜਦੇ ਹੈ, ਬਹੁਤ ਸੈਂਸਿਟਿਵ ਮੁੱਦਾ ਹੈ। ਐਜ਼ ਐਨ ਇਮੀਗ੍ਰੇਸ਼ਨ ਲਈ ਨਹੀਂ ਮੈਂ ਕਰਾਂਗਾ ਇਹ ਗੱਲ, ਮੈਂ ਇੱਕ ਇਨਸਾਨੀਅਤ ਦੇ ਤੌਰ ਤੇ ਗੱਲ ਕਹਿਣਾ। ਇਹ ਤੁਸੀਂ ਬਹੁਤ ਇੰਪੋਰਟੈਂਟ ਗੱਲ ਕਹਿ ਰਹੇ ਹੋ, ਪਰ ਨਹੀਂ ਤਾਂ ਲੋਕ ਅਗਲੇ ਤਾਂ ਸਾਰੇ ਤਾਂ ਬਿਜ਼ਨਸ, ਆਪਣੇ ਬਿਜ਼ਨਸ ਨੂੰ ਐਕਸਪਲੋਰ ਕਰਨ ਦੇ ਲਈ ਆਉਂਦੇ ਨੇ, ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਦੇ ਲਈ ਆਉਂਦੇ ਨੇ। ਪਰ ਤੁਸੀਂ ਕਹਿ ਰਹੇ ਹੋ ਕਿ ਬਿਜ਼ਨਸ ਤੇ ਸਾਰੀ ਉਮਰ ਚੱਲ ਜਾਏਗਾ। ਜਿਹੜੇ 100 ਦੇ ਤੁਸੀਂ ਦੱਸ ਰਹੇ ਹੋ ਟੈਕਸਸ 'ਚ, ਇੱਕ ਕੰਟੇਨਰ ਦੇ ਅੰਦਰ ਬੰਦੇ ਬੈਠੇ ਜਿਹੜੇ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਹੈ, ਕਿਆ ਉਹ ਬਿਜ਼ਨਸ ਨਾਲੋਂ ਵੱਧ ਨੇ? ਇੰਪੋਰਟੈਂਟ। ਕਿਆ ਅਸੀਂ ਇੱਕ ਏਜੰਟ ਦੇ ਰੂਪ 'ਚ ਦੇਖਿਆ ਜਾਏ, ਅੱਜ ਮੈਂ ਵੀ ਇੱਕ ਏਜੰਟ ਹਾਂ, ਮੈਂ ਵੀ ਇੱਕ ਇਮੀਗ੍ਰੇਸ਼ਨ ਲਾਇਰ ਹਾਂ, ਕਿਆ ਮੈਂ ਸੋਚ ਸਕਦਾ ਕਿ ਉਹ 45 ਜਾਂ 46 ਜਾਨਾਂ ਜਿਹੜੀਆਂ ਜਾ ਚੁੱਕੀਆਂ ਆਪਾਂ ਉਹਨਾਂ ਨੂੰ ਵਾਪਸ ਮੋੜ ਸਕਦੇ ਹਾਂ? ਕਿਆ ਅੱਜ ਇਨਸਾਨੀਅਤ ਖਤਮ ਹੋ ਚੁੱਕੀ ਹੈ? ਕਿਆ ਦੀਨ ਦੁਨੀਆ 'ਚ ਇਨਸਾਨੀਅਤ ਨਹੀਂ ਰਹੀ ਕਿ ਆਪਾਂ ਕਿਸੇ ਨੂੰ ਅਗਰ ਭੇਜਣਾ ਚਾਹ ਰਹੇ ਹਾਂ, ਅਗਰ ਬੱਚਾ ਬਾਹਰ ਜਾਣਾ ਚਾਹੁੰਦਾ ਹੈ, ਉਹਦੇ ਮਾਪਿਓ ਉਹਨੂੰ ਭੇਜ ਰਹੇ ਹੈ, ਤੇ ਕਿਆ ਉਹ ਇਹ ਸੋਚ ਕੇ ਨਹੀਂ ਭੇਜ ਰਹੇ ਕਿ ਸਾਡਾ ਬੱਚਾ ਪੰਜਾਬ 'ਚ ਰਹਿ ਕੇ ਜਾਂ ਕਿਸੇ ਵੀ ਕੰਟਰੀ 'ਚ ਰਹਿ ਕੇ ਇੰਨਾ ਕਾਬਲ ਹੈ ਕਿ ਉਹ ਕੁਝ ਵੀ ਕਰ ਸਕਦਾ ਹੈ? ਅੱਜ ਅਸੀਂ ਮਤਲਬ ਇਹ ਸੋਚ ਮੁਕਾਤੀ ਹੈ। ਪ੍ਰਿੰਸ ਜੀ ਮੈਂ ਕਲੀਅਰ ਕਰਨਾ ਚਾਹਨਾ, ਬਾਹਰ ਜਾਣਾ
ਬਾਹਰ ਜਾ ਕੇ ਜਿਹੜੇ ਬੱਚੇ ਅੱਜ ਸਾਡਾ ਰੁਝਾਨ ਬਾਹਰ ਦਾ ਬਣ ਗਿਆ ਨਾ, ਇੱਕ ਲੈਵਲ ਸੈੱਟ ਹੋ ਗਿਆ, ਉੱਠ ਕੇ ਜੀ ਬਾਹਰ ਜਾਣਾ, ਉੱਠ ਕੇ ਜੀ ਬਾਹਰ ਜਾਣਾ, 12ਵੀਂ ਕੀਤੀ ਆਇਲਸ ਕਰਾਓ, ਬੱਚਾ ਬਾਹਰ ਭੇਜ ਦੋ ਜੀ। ਬਟ ਉਹ ਬਾਹਰ ਭੇਜਣਾ ਇੱਕ ਤਰੀਕਾ ਹੈ। ਹਾਂ, ਮੈਂ ਉਹੀ ਇੰਟਰੋ ਦੇ ਵਿੱਚ ਗੱਲ ਕੀਤੀ ਕਿ ਉਹਦਾ ਵੇ ਇਹ ਬਾਹਰ ਭੇਜਣ ਦਾ ਆਪਾਂ ਕਹਿੰਦੇ ਆ ਡੋਂਕੀ ਵੇ ਨਹੀਂ ਹੈ। ਡੋਂਕੀ ਤੇ ਹੋ ਗਿਆ, ਆਪਾਂ ਇੱਕ ਮੂਵੀ ਆਈ ਸੀ, ਚਲੋ ਸੈਂਸਿਟਿਵ ਮੁੱਦਾ ਹੈ, ਮੂਵੀ ਸੀ ਆਜਾ ਮੈਕਸੀਕੋ ਚਲੀਏ, ਇੱਕ ਮੂਵੀ ਆਈ, ਉਹ ਕਿਉਂ ਬਣਾਈ ਗਈ ਸੀ, ਉਹਦੇ ਪਿੱਛੇ ਰੀਜ਼ਨ ਕੀ ਸੀ? ਰੀਜ਼ਨ ਇਹ ਸੀ ਕਿ ਬੱਚਾ ਜਦੋਂ ਇੱਥੋਂ ਜਾਂਦਾ ਹੈ, ਇੱਕ ਸੁਪਨਾ ਦਿਖਾਇਆ ਜਾਂਦਾ ਹੈ ਕਿ ਉੱਥੇ ਜਾ ਕੇ ਤੂੰ ਆਪਣੀ ਲਾਈਫ ਸੈਟਲਡ ਆਊਟ ਕਰਨੀ ਹੈ। ਬਟ ਸਰ ਮੈਂ ਦੱਸਣਾ ਚਾਹੁੰਦਾ ਉਸ ਮੂਵੀ 'ਚ ਵੀ ਇਹੀ ਸੀ ਜੀ। ਸਾਊਥ ਅਫਰੀਕਾ ਲਿਜਾ ਕੇ ਬੱਚੇ ਨੂੰ ਲਾ ਦਿੱਤਾ ਗਿਆ, ਉਸ ਤੋਂ ਬਾਅਦ ਉਹ ਪੈਦਲ ਜੰਗਲਾਂ ਦੇ ਵਿੱਚੋਂ ਹੁੰਦਾ ਗਿਆ। ਕਈ ਨਹੀਂ ਪਹੁੰਚਦੇ, ਕਈ ਜਿਹੜੇ ਹੈ ਕਿ ਉਹ ਪਹੁੰਚ ਜਾਂਦੇ ਆ। ਹੁਣ ਇਹ ਚੀਜ਼ ਆਪਾਂ ਡਿਸਾਈਡ ਕਰਨੀ ਹੈ। ਮੈਂ ਇੱਕ ਇਮੀਗ੍ਰੇਸ਼ਨ ਲਾਇਰ ਜ਼ਰੂਰ ਹਾਂ, ਬਟ ਅੱਜ ਮੈਂ ਲਾਇਰ ਦੇ ਤੌਰ ਤੇ ਗੱਲ ਨਹੀਂ ਕਰਾਂਗਾ ਤੁਹਾਡੇ ਨਾਲ, ਬਟ ਇਹ ਅੱਜ ਆਪਾਂ ਨੂੰ ਸੋਚਣਾ ਪਏਗਾ ਤਰੁਣ ਜੀ, ਮੈਂ ਇਸੇ ਸਾਡੇ ਮਾਪਿਓ ਜਾਂ ਸਾਡੇ ਇੱਥੋਂ ਦੇ ਜੋ ਲੋਕ ਨੇ, ਕਿਆ ਆਪਣੇ ਬੱਚਿਆਂ ਨੂੰ ਇੰਨਾ ਕਾਬਲ ਨਹੀਂ ਸਮਝਦੇ ਕਿ ਕਾਬਿਲਿयत ਖਤਮ ਹੋ ਗਈ ਹੈ? ਕਿਉਂ? ਸਭ ਕੁਝ ਹੈ ਜੀ ਆਪਣੇ ਦੇਸ਼ 'ਚ, ਕੀ ਨਹੀਂ ਹੈ? ਬੱਚਾ ਚਾਹੇ ਕੁਝ ਵੀ ਕਰ ਸਕਦਾ। ਅੱਜ ਨੂੰ ਆਪਾਂ ਮੰਨਦੇ ਆ ਕਿ ਨੌਕਰੀਆਂ 'ਚ ਉਹ ਪੈਸੇ ਨਹੀਂ, ਇੱਕ ਲਗਜ਼ਰੀਨੈਸ ਨਹੀਂ ਮਿਲ ਰਹੀ। ਬਿਲਕੁਲ, ਬੱਚਾ ਅੱਜ ਕੀ ਮੰਗ ਰਿਹਾ? ਇਹੀ ਇੱਕ ਸੁਪਨਾ ਹੈ ਕਿ ਲਾਈਫ ਸੌਖੀ ਹੋ ਜਾਏਗੀ, ਲਗਜ਼ਰੀਅਸ ਹੋ ਜਾਏਗੀ, ਇੱਥੇ ਫਿਊਚਰ ਨਜ਼ਰ ਨਹੀਂ ਆਉਂਦਾ। ਕਿਉਂਕਿ ਉਸ ਦੇ ਵਿੱਚ ਦੇਖੋ ਤਰੁਣ ਜੀ, ਸਰਕਾਰਾਂ ਦੀਆਂ ਵੀ ਕੁਝ ਕਮੀਆਂ ਨੇ ਕਿ ਅਸੀਂ ਰੋਜ਼ਗਾਰ ਜਨਰੇਟ ਨਹੀਂ ਕਰ ਪਾਏ, ਜਿਹਦੀ ਜਿੰਨੀ ਕਾਬਿਲਿਅਤ ਹੈ ਉਹਨੂੰ ਉਸ ਕਾਬਿਲਿਅਤ ਦੇ ਮੁਤਾਬਿਕ ਪੇ ਨਹੀਂ ਕਰ ਪਾ ਰਹੇ, ਉਹਨਾਂ ਨੂੰ ਉਸ ਮੁਤਾਬਿਕ ਵੇਜਸ ਨਹੀਂ ਮਿਲ ਪਾ ਰਹੀਆਂ। ਬਾਹਰ ਜਾਣਾ ਬੱਚੇ ਦੇ ਦਿਮਾਗ 'ਚ ਉਦੋਂ ਆ ਗਿਆ ਜਦੋਂ ਉਹਦੇ ਫੈਮਿਲੀ 'ਚੋਂ ਆਪਣੇ, ਅੱਜ ਕੱਲ ਸਰ ਇੱਕ ਸ਼ਰੀਕ ਹੈ ਜੀ, ਸ਼ਰੀਕਾ ਬੜਾ ਤੰਗ ਕਰਦਾ। ਬਿਲਕੁਲ, ਇਹ ਤੁਹਾਨੂੰ ਵੀ ਪਤਾ। ਇੱਕ ਸ਼ਰੀਕਾ, ਸ਼ਰੀਕੇ ਜੋ ਇੱਕ ਜਣਾ ਚਲਾ ਗਿਆ ਨਾ, ਉਹਨੇ ਬਾਕੀ ਦੇ 6 ਨਾਲ ਤਿਆਰ ਕਰ ਲੈਣੇ ਭੇਜਣ ਲਈ। ਬਿਲਕੁਲ ਸਹੀ। ਉਹ 6 ਕਿੱਥੋਂ ਤਿਆਰ ਹੋ ਜਾਣੇ ਸਰ? ਇੱਕ ਲਗਜ਼ਰੀ ਜੀ, ਆਈਫੋਨ ਰੱਖਿਆ ਜੀ, 13 ਪ੍ਰੋ ਮੈਕਸ ਹੈ ਜੀ ਉਹਦੇ ਕੋ, ਪਾਪਾ ਮੈਂ ਵੀ ਜਾਵਾਂਗਾ ਤੇ ਮੈਂ ਵੀ ਉੱਥੇ ਜਾ ਕੇ ਕਮਾਈ ਕਰਕੇ। ਪਰ ਇਹ ਗੱਲ ਮੈਂ ਅੱਜ ਵੀ ਕਹਿਣਾ, ਬਾਹਰ ਜਾ ਕੇ ਕਮਾਈ ਕਰਨੀ ਸੌਖੀ ਨਹੀਂ ਹੈ। ਜੇ ਇਹ ਸੋਚ ਰਹੇ ਹੋ ਕਿ ਬਾਹਰ ਜਾ ਕੇ ਕੰਮ ਮਿਲ ਗਿਆ, ਆਪਾਂ ਕੰਮ ਕਰ ਲਿਆ ਔਰ ਆਪਾਂ ਸੈਟਲ ਹੋ ਗਏ, ਸਰ ਉਹ ਚੀਜ਼ ਨਹੀਂ ਹੈ। ਇੰਨਾ ਸੌਖਾ ਨਹੀਂ ਹੈ ਬਾਹਰ ਜਾ ਕੇ ਪੈਸੇ ਕਮਾਣੇ। ਮੈਂ ਕਹਿੰਦਾ ਉਹਦੇ ਨਾਲੋਂ ਆਪਣੇ ਇੰਡੀਆ 'ਚ ਪੈਸੇ ਕਮਾ ਲਓ, 2 ਰੋਟੀਆਂ ਘੱਟ ਖਾ ਲਓ ਸਰ, ਬਟ ਬਾਹਰ ਜਾ ਕੇ ਏਦਾਂ ਦੇ ਡੋਂਕੀ ਵਰਗੇ ਤਰੀਕੇ ਦੇ ਬਾਹਰ ਜਾ ਕੇ ਮੈਂ ਸਾਥ ਨਹੀਂ ਦਾਂਗਾ। ਸਰ ਤੁਸੀਂ ਬੜੀ ਇੰਪੋਰਟੈਂਟ ਗੱਲ ਕੀਤੀ ਕਿ 2 ਰੋਟੀਆਂ ਆਪਾਂ ਘੱਟ ਖਾ ਲਈਏ। ਮੈਂ ਤਾਂ ਤੁਸੀਂ ਗੱਲ ਕੀਤੀ ਹੈ ਸਬਰ ਦੀ। ਇਹ ਗੱਲਾਂ ਤਾਂ ਫਿਰ ਦੋਨੇ ਪੱਖਾਂ ਤੇ ਲਾਗੂ ਹੁੰਦੀਆਂ ਨੇ। ਇੱਕ ਜਿਹਨੇ ਬਾਹਰ ਜਾਣਾ ਜਾਂ ਜਿਨ੍ਹਾਂ ਨੇ ਬਾਹਰ ਭੇਜਣਾ, ਮਤਲਬ ਮਾਤਾ ਪਿਤਾ ਨੇ। ਦੂਸਰੇ ਜਿਹੜੇ ਸਭ ਤੋਂ ਵੱਡੇ ਰੋਲ ਅਦਾ ਕਰਦੇ ਨੇ, ਜਿਹੜੇ ਟਰੈਵਲ ਏਜੰਟ ਹੁੰਦੇ ਨੇ ਜਾਂ ਤੁਹਾਡੇ ਵਰਗੇ ਇਮੀਗ੍ਰੇਸ਼ਨ ਸੈਂਟਰ ਵਾਲੇ ਜਾਂ ਇਮੀਗ੍ਰੇਸ਼ਨ ਕੰਪਨੀ ਵਾਲੇ ਹੁੰਦੇ ਨੇ। ਤਾਂ ਫਿਰ ਇਹ ਸਬਰ ਤਾਂ ਸਰ ਏਜੰਟ ਵਾਲੇ ਪੁਆਇੰਟ ਆਫ ਵਿਊ ਤੋਂ ਵੀ ਆਉਣਾ ਚਾਹੀਦਾ। ਸਰ ਹੁਣ ਇਹਦੇ ਤੇ ਵੀ ਗੱਲ ਕਰਦੇ ਆ। ਹੁਣ ਤੁਸੀਂ ਗੱਲ ਕੀਤੀ, ਮੇਰੇ ਕੋਲ ਰੋਜ਼ ਬੱਚੇ ਆਉਂਦੇ ਆ। ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਆਪਾਂ ਜਦੋਂ ਏਜੰਟ ਕੋ ਜਾਂਦੇ ਆ ਜੀ ਸਰ, ਪੜ੍ਹੇ ਲਿਖੇ ਮਾਪਿਓ ਦਾ ਚਲੋ ਆਪਾਂ ਕਹਿ ਸਕਦੇ ਆ ਕਿ ਇੱਕ ਜਨਰੇਸ਼ਨ ਗੈਪ ਹੈ, ਉਹ ਗੈਪ ਘਟਾਣਾ ਸਾਨੂੰ ਦੱਸਿਆ ਗਿਆ, ਰਾਈਟ। ਅੱਜ ਬੱਚਾ 12ਵੀਂ ਕਰਦਾ ਹੈ, ਕਿਆ ਬੱਚੇ ਦੀ ਜੇਬ 'ਚ ਸਰ ਫੋਨ ਨਹੀਂ ਹੈ? ਬਿਲਕੁਲ ਹੈ ਫੋਨ। ਲੱਖ ਰੁਪਏ ਦਾ ਫੋਨ ਇਹਨਾਂ ਦੀ ਜੇਬਾਂ 'ਚ ਮਾਪਿਓ ਨੇ ਪਾਇਆ ਹੋਇਆ, ਠੀਕ ਹੈ। ਅਗਰ ਉਹ ਫੋਨ ਹੈ, ਬੱਚਾ ਆਂਦਾ, ਸਰਟੀਫਿਕੇਟ ਪਾਸਪੋਰਟ ਸਭ ਲੈ ਕੇ ਆਂਦਾ ਸਾਡੇ ਕੋਲ, ਅਸੀਂ ਦੇਖਦੇ ਹਾਂ ਕਿ ਹਾਂ ਚਲੋ ਕੀ ਹੋ ਸਕਦਾ, ਰਾਈਟ। ਇਹ ਸਾਡਾ ਮਾਈਂਡ ਪਲੇ ਹੈ, ਰਾਈਟ, ਕਿ ਆਪਾਂ ਕਿਸ ਤਰੀਕੇ ਨਾਲ ਉਹਨੂੰ ਬਾਹਰ ਭੇਜ ਸਕਦੇ ਹਾਂ, ਠੀਕ ਹੈ। ਬੱਚਾ ਆਂਦਾ, ਇਹ ਸਭ ਤੋਂ ਵੱਡੀ ਗਲਤੀ ਜੋ ਬੱਚਾ ਜ਼ਿੰਦਗੀ ਦੀ ਕਰਦਾ ਹੈ ਨਾ, ਡਾਕੂਮੈਂਟ ਲੈ ਕੇ ਏਜੰਟ ਦੇ ਹੱਥ ਦੇ ਦਿੰਦਾ ਤੇ ਕਹਿ ਦਿੰਦਾ ਸਰ ਤੁਸੀਂ ਸਭ ਕੁਝ ਕਰਨਾ। ਸਰ ਇਹ ਬਹੁਤ ਵੱਡਾ ਡਰਾਬੈਕ ਹੈ ਆਪਣੇ ਪੰਜਾਬ ਦਾ ਕਿ ਤੁਸੀਂ ਸਭ ਕੁਝ ਕਰਨਾ। ਇਟ ਮੀਨਸ ਕਿ ਉਹ ਆਪਣੀ ਲਾਈਫ, ਆਪਣਾ ਫਿਊਚਰ, ਸਾਰਾ ਕੁਝ ਤੁਹਾਡੇ ਹੱਥ ਦੇ। ਬਿਲਕੁਲ ਸਰ। ਜਦ ਮੈਂ ਤੁਹਾਨੂੰ ਕਹਾਂ ਸਰ ਮੇਰੇ ਘਰ ਦਾ ਸਾਰਾ ਕੁਝ ਤੁਹਾਡੇ ਹੱਥ ਹੈ, ਤੁਸੀਂ ਕਰਨਾ, ਸਰ ਹੁਣ ਐਥਿਕਸ ਕਿੱਥੇ ਆ ਗਏ? ਹੁਣ ਆਪਾਂ ਸੋਚ ਕਿੱਥੇ ਲੈ ਕੇ ਜਾਣੀ ਹੈ ਕਿ ਮੈਂ ਇਹ ਚੀਜ਼ ਸੋਚ ਰਿਹਾ ਕਿ ਮੈਂ ਇਹਨੂੰ ਚੰਗੀ ਸਾਈਡ ਲੈ ਕੇ ਜਾਵਾਂ ਕਿ ਜਿੱਥੋਂ ਮੈਨੂੰ ਪੈਸਾ ਵੱਧ ਆ ਰਿਹਾ ਮੈਂ ਉੱਥੇ ਜਾਵਾਂ। ਆ ਗਈ ਨਾ ਰੋਟੀ ਵਾਲੀ ਗੱਲ ਕਿ 2 ਰੋਟੀਆਂ ਘੱਟ ਖਾ ਲੋ ਜਾਂ 6 ਖਾ ਲੋ, ਠੀਕ ਹੈ ਨਾ। ਉਹੀ ਚੀਜ਼ ਹੈ। ਇਹ ਪਹਿਲੇ ਤੇ ਇਹ ਚੀਜ਼ ਖਤਮ ਕਰਨ। ਬੱਚੇ ਇੰਨਾ ਕੁ ਐਜੂਕੇਟ ਹੈ, ਨੈਟ ਸਾਰੀ ਦਿਹਾੜੀ ਚਲਾਉਂਦੇ ਹੈ, ਸਭ ਕੁਝ ਕਰਦੇ, ਏਡੇ ਵੱਡੇ ਫੋਨ ਮਾਪਿਓ ਨੇ ਲੈ ਕੇ ਦਿੱਤੇ ਹੈ। ਮੈਂ ਕਹਿਣਾ ਚਾਹੁੰਦਾ ਕਿ ਫੋਨ ਦੀ ਵਰਤੋਂ
ਉੱਥੇ ਕਰੋ ਜਿੱਥੇ ਚਾਹੀਦੀ ਹੈ, ਪੋਜ਼ਿਟਿਵ ਵੇ। ਆਪਾਂ ਇਹ ਨਹੀਂ ਕਹਿੰਦੇ ਫੋਨ ਨਾ ਚਲਾਓ, ਆਪਾਂ ਕਹਿੰਦੇ ਰੀਲਸ ਵੀ ਦੇਖੋ, ਆਪਾਂ ਕਹਿੰਦੇ ਇੰਜੋਏ ਵੀ ਕਰੋ, ਬਟ ਉਹਨੂੰ ਉੱਥੇ ਤੱਕ ਰੱਖੋ ਜਿੱਥੇ ਤੱਕ ਉਹ ਚਾਹੀਦਾ। ਜਦੋਂ ਆ ਜਾਂਦੀ ਆਪਣੀ ਪੜ੍ਹਾਈ ਦੀ ਗੱਲ ਜਾਂ ਆਪਾਂ ਬਾਹਰ ਜਾਣਾ, ਆਪਾਂ ਕਰੀਅਰ ਫੋਕਸ ਆ, ਤੇ ਆਪਾਂ ਉਸ ਚੀਜ਼ ਨੂੰ ਉਦਾਂ ਯੂਜ਼ ਕਰੀਏ, ਬਜਾਏ ਜਾ ਕੇ ਏਜੰਟ ਦੇ ਹੱਥ ਡਾਕੂਮੈਂਟ ਦੇ ਕੇ ਕਿ ਤੁਸੀਂ ਕਰਨਾ। ਸਰ ਕਰਨ ਨੂੰ ਤੇ ਆਪਾਂ ਵੀ ਬਹੁਤ ਕੁਝ ਕਰਦੇ ਹਾਂ ਜੀ, ਬਿਲਕੁਲ ਠੀਕ ਹੈ ਨਾ। ਕਿਸੇ ਨੂੰ ਚੰਗੀ ਜਗ੍ਹਾ ਭੇਜਣਾ, ਉਹ ਤਰੀਕਾ ਕੀ ਹੈ, ਇੱਕ ਕਹਿੰਦੇ ਨਾ ਇੱਕ ਰਸਤਾ, ਉਹ ਰਾਹ ਬਣਾਉਣਾ ਬਹੁਤ ਔਖਾ ਹੈ। ਹੁਣ ਤੇ ਦੇਖ ਕੇ ਪਤਾ ਲੱਗ ਜਾਂਦਾ ਸਰ, ਇੰਨਾ ਐਕਸਪੀਰੀਅੰਸ ਹੋ ਗਿਆ, ਦੇਖ ਕੇ ਦੱਸ ਦਿੰਦਾ ਇਹ ਜਾ ਸਕਦਾ ਹੈ ਕਿ ਨਹੀਂ ਜਾ ਸਕਦਾ। ਜੀ ਜੀ, ਇਟ ਮੀਨਸ ਕਿ ਤਰੁਣ ਜੀ ਤੁਸੀਂ ਡਾਇਰੈਕਟਲੀ ਇਹ ਗੱਲ ਕਹਿ ਰਹੇ ਹੋ ਕਿ ਪਹਿਲਾਂ ਸਾਨੂੰ ਆਪ ਅਵੇਅਰ ਹੋਣਾ ਪਏਗਾ, ਪੇਰੈਂਟਸ ਨੂੰ ਅਵੇਅਰ ਹੋਣਾ ਪਏਗਾ, ਰਿਸ਼ਤੇਦਾਰਾਂ ਨੂੰ ਅਵੇਅਰ ਹੋਣਾ ਪਏਗਾ, ਬੱਚਿਆਂ ਨੂੰ ਅਵੇਅਰ ਹੋਣਾ ਪਏਗਾ। ਉਸ ਤੋਂ ਬਾਅਦ ਸਾਨੂੰ ਇਮੀਗ੍ਰੇਸ਼ਨ ਸੈਂਟਰ ਕੋਲੇ ਜਾਂ ਕੰਸਲਟੈਂਟਸ ਏਜੰਸੀ ਕੋਲੇ ਜਾਣਾ ਪਏਗਾ, ਜਾਂ ਉਸ ਤੋਂ ਬਾਅਦ ਏਜੰਟ ਕੋਲੇ ਜਾਈਏ। ਬਿਲਕੁਲ ਸਰ, ਪਹਿਲੇ ਆਪ ਅਵੇਅਰ ਹੋਵਾਂਗੇ, ਸਾਨੂੰ ਚੀਜ਼ਾਂ ਦਾ ਪਤਾ ਹੋਏਗਾ, ਤੇ ਅਸੀਂ ਸਰ ਹੁਣ ਇੱਕ ਐਗਜ਼ਾਮਪਲ ਹੈ ਜੀ, ਆਪਾਂ ਕਾਰ ਲੈਣੀ ਹੈ, ਕੋਈ ਵੀ ਲੈ ਲਓ, ਮਾਰੂਤੀ ਦੀ ਲੈਣੀ, ਕੋਈ ਵੀ ਲੈਣੀ, ਰਾਈਟ। ਕਾਰ ਦਾ ਸਰ ਰੇਟ ਪਤਾ ਹੋਏਗਾ ਤੇ ਜਾਵਾਂਗੇ ਨਾ ਮਾਰਕੀਟ 'ਚ। ਜੀ, ਕਾਰ ਬਾਰੇ ਕੋਈ ਨੌਲੇਜ ਹੋਏਗੀ ਕਿ ਇਦਾਂ ਚੱਲਦੀ ਹੈ, ਇੰਨੀ ਦੇਰ ਇਹਦੀ ਇੰਨੇ ਐਕਸਪੈਂਸਿਸ ਹੈ, ਇੰਨੀ ਇਹਦੀ ਸਰਵਿਸ ਕਰਾਉਣ ਵਾਲੀ ਹੈ, ਇੰਨੇ ਪੈਸੇ ਇਹਦੇ ਲੱਗਣੇ ਹੈ। ਜੀ ਜੀ, ਠੀਕ ਹੈ। ਜਦ ਆਪਾਂ ਉਹਦੇ ਬਾਰੇ ਪੜਾਂਗੇ ਹੀ ਨਹੀਂ, ਆਪਾਂ ਜਾ ਕੇ ਇੱਕ ਅੱਖਾਂ ਤੇ ਪੱਟੀ ਬੰਨ ਕੇ ਜੀ ਤੁਸੀਂ ਕਰ ਦੋ, ਵੀ ਆਰ ਨਾਟ ਹੇਅਰ ਟੂ ਡਿਸਾਈਡ ਫਿਊਚਰ ਆਫ ਦਾ ਸਟੂਡੈਂਟ। ਬਿਲਕੁਲ, ਪਹਿਲਾ ਪੁਆਇੰਟ ਸਰ, ਆਪਾਂ ਇੱਥੇ ਬੈਠੇ ਆ, ਅੱਜ ਜਿਹੜਾ ਕੰਮ ਇਹ ਹੋਇਆ ਡੋਂਕੀ ਵਾਲਾ, ਕਿਆ ਉਹ ਬੰਦੇ ਨੇ ਜਿਨ੍ਹਾਂ ਨੇ ਵੀ ਭੇਜਿਆ, ਉਹ ਸਿਰਫ ਇੱਕ ਹੁੰਦਾ ਲੈਕ ਆਫ ਨੌਲੇਜ, ਘੱਟ ਸਮਝ, ਘੱਟ ਐਕਸਪੀਰੀਅੰਸ, ਉਹਦੇ ਬੇਸ ਤੇ ਇਹ ਘਟਨਾ ਵਾਪਰਦੀ ਹੈ ਤੇ ਬ੍ਰੇਨ ਵਾਸ਼ ਕੀਤਾ ਜਾਂਦਾ। ਇਹ ਨਹੀਂ ਅਸੀਂ ਕਹਿੰਦੇ, ਅਸੀਂ ਵੀ ਨਹੀਂ ਕਰਦੇ। ਬ੍ਰੇਨ ਵਾਸ਼ ਕਰਨਾ ਇੱਕ ਪੋਜ਼ਿਟਿਵ ਵੇ ਨਾ ਹੁੰਦਾ ਔਰ ਇੱਕ ਨੈਗੇਟਿਵ ਵੇ ਨਾ ਹੁੰਦਾ ਜੀ। ਹੁਣ ਜਿਹਦੇ ਕੋਲ ਤੁਸੀਂ ਜਾ ਰਹੇ ਹੋ, ਉਹਦੀ ਇੰਟੈਂਸ਼ਨਸ ਕੀ ਹੈ ਪ੍ਰਿੰਸ ਜੀ, ਬਿਲਕੁਲ ਉਹ ਤੇ ਦੇਖਣੀਆਂ ਪੈਣਗੀਆਂ ਨਾ। ਹੁਣ ਅੱਜ ਮੈਂ ਤੁਹਾਡੇ ਚੈਨਲ ਤੇ ਆਇਆ, ਮੈਂ ਆਪਾਂ ਇੱਕ ਬਹੁਤ ਸੈਂਸਿਟਿਵ ਮੁੱਦੇ ਤੇ ਗੱਲ ਕੀਤੀ, ਰਾਈਟ। ਉਹ ਗੱਲ ਚੱਲ ਰਹੀ ਹੈ, ਉਹ ਗੱਲ ਨੂੰ ਕਿੱਦਾਂ ਐਕਸਪਲੇਨ ਕਰਨਾ ਕਿ ਸਾਡੇ ਦੇਖਣ ਵਾਲੇ ਬੰਦੇ ਨੂੰ ਇਹ ਪਤਾ ਲੱਗੇ ਕਿ ਇੱਕ ਇਮੀਗ੍ਰੇਸ਼ਨ ਲਾਇਰ ਇਮੀਗ੍ਰੇਸ਼ਨ ਨੂੰ ਛੱਡ ਕੇ ਔਰ ਇਸ ਚੀਜ਼ ਬਾਰੇ ਗੱਲ ਕਰ ਰਹੇ ਜੀ, ਬਿਲਕੁਲ, ਜੋ ਅੱਜ ਚੱਲ ਰਿਹਾ। ਨਹੀਂ, ਬਹੁਤ ਇੰਪੋਰਟੈਂਟ ਇਸ਼ੂ ਹੈ, ਬਹੁਤ ਇੰਪੋਰਟੈਂਟ ਇਸ਼ੂ ਇਸ ਕਰਕੇ ਹੈ ਕਿ ਜਿੱਥੇ ਇੱਕ ਪਾਸੇ ਜਿਹੜਾ ਵੀ ਕੋਈ ਵਿਅਕਤੀ ਹੁੰਦਾ, ਉਹ ਚਾਹੁੰਦਾ ਕਿ ਮੈਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਾਂ, ਪਰ ਉਸ ਬਿਜ਼ਨਸ ਦੇ ਵਿੱਚ ਜਾਂ ਉਸ ਦੇ ਬਿਜ਼ਨਸ ਦੇ ਨਾਲ ਰਿਲੇਟਡ ਜਿਹੜੇ ਪੁਆਇੰਟਸ ਨੇ, ਜਿਹੜੀਆਂ ਕਮੀਆਂ ਨੇ, ਜਿਨ੍ਹਾਂ ਕਰਕੇ ਪੰਜਾਬ ਦੇ ਲੋਕਾਂ ਦੀ ਜਾਨ ਜਿਹੜੇ ਪ੍ਰਵਾਸ ਜਾਂਦੇ ਆ, ਬਾਹਰ ਜਾਂਦੇ ਆ, ਉਹ ਖਤਰੇ 'ਚ ਪੈ ਸਕਦੀ ਹੈ। ਉਹਨਾਂ ਇਸ਼ੂਜ਼ ਨੂੰ ਐਡਰੈਸ ਕਰਨ ਦੇ ਲਈ ਬਤੌਰ ਲਾਇਰ, ਵਕੀਲ ਦੇ ਤੌਰ ਦੇ ਉੱਤੇ ਵੀ ਤਰੁਣ ਜੀ ਸਾਡੇ ਨਾਲ ਇਹ ਗੱਲ ਕਰ ਰਹੇ ਨੇ। ਤਰੁਣ ਜੀ, ਕਿਹੜੀਆਂ ਟ੍ਰਿਕਸ ਹੁੰਦੀਆਂ ਨੇ ਕਿ ਬ੍ਰੇਨ ਵਾਸ਼ ਵਾਲੀ ਜਿਹੜੀ ਗੱਲ ਚੱਲੀ ਹੈ, ਇਹ ਕਿਹੜੀਆਂ ਟ੍ਰਿਕਸ ਹੁੰਦੀਆਂ ਨੇ ਸਾਡੇ ਏਜੰਟਸ ਕੋਲੇ? ਮੈਂ ਤੁਹਾਨੂੰ ਦੱਸਦਾ, ਜਦੋਂ ਆਪਾਂ ਚਲੇ ਜਾਂਦੇ ਆ ਕਿਸੇ ਕੋ, ਆਪਾਂ ਜਦ ਆਪਣੀ ਅੱਖਾਂ ਤੇ ਪੱਟੀ ਬੰਨ ਕੇ ਗਏ ਆ ਨਾ ਸਰ, ਫਿਰ ਤੇ ਉਹ ਅਨਪੜ੍ਹ ਬੱਚਾ ਤੇ ਇੱਕ ਪੜ੍ਹਿਆ ਲਿਖਿਆ ਬੱਚਾ ਇੱਕ ਬਰਾਬਰ ਹੈ। ਠੀਕ ਹੈ ਨਾ। ਉਂਗਲ ਫੜ ਕੇ ਕਿਤੇ ਵੀ ਤੋੜ ਦੋਗੇ, ਉਹ ਤੁਰ ਜਾਏਗਾ। ਸਰ ਪਹਿਲੇ ਆਪਣੀ ਕਾਬਲੀਅਤ ਦੇਖਣੀ ਪੈਂਦੀ ਹੈ ਕਿ ਕਿਆ, ਜਦੋਂ ਆਪਾਂ ਵੀ ਕਰਦੇ ਆ ਸਟੂਡੈਂਟ ਵੀਜ਼ਾ, ਕਾਫੀ ਚੀਜ਼ਾਂ, ਆਲਟਰਨੇਟ ਵੇਜ਼ ਹੈ। ਠੀਕ ਹੈ ਨਾ। ਹਾਂ ਜੀ, ਜੇ ਇੱਕ ਰਸਤੇ ਨਹੀਂ ਜਾ ਸਕਦਾ, ਬੰਦ ਹੈ, ਦੂਜਾ ਖੋਲ ਲੋ। ਬਟ ਡੋਂਕੀ ਵਾਲਾ ਰਸਤਾ, ਡੋਂਕੀ ਸਰ ਮੈਂ ਤੇ ਕਹਿੰਦਾ ਡੋਂਕੀ ਲਾਣੀ ਨਹੀਂ ਚਾਹੀਦੀ। ਇੱਕ ਬੱਚਾ ਜਦੋਂ ਛੋਟੇ ਤੋਂ ਜੰਮ ਕੇ ਵੱਡਾ ਕੀਤਾ ਜਾਂਦਾ ਨਾ ਸਰ, ਉਹ ਮਾਪਿਓ ਨੂੰ ਪਤਾ ਕਿੱਦਾਂ ਕੀਤਾ ਜਾਂਦਾ। ਔਰ ਜਦੋਂ ਮਾਪਿਓ ਇਹੀ ਚੀਜ਼, ਜਦੋਂ ਬੱਚੇ ਦੇ ਦਿਮਾਗ ਦਾ ਬ੍ਰੇਨ ਵਾਸ਼ ਕੀਤਾ ਗਿਆ ਏਜੰਟਾਂ ਵੱਲੋਂ ਕਿ ਤੁਸੀਂ ਏਦਾਂ ਜਾ ਸਕਦੇ ਹੋ, ਕਿਆ ਸਰ ਸਾਡਾ ਜਿਹੜਾ ਦੇਸ਼ ਹੈ, ਸਾਡੇ ਪੰਜਾਬ 'ਚ ਫਿਲਮ ਬਣੀ ਆ ਜਾ ਮੈਕਸੀਕੋ, ਉਹ ਇਹੀ ਚੀਜ਼ ਦਰਸਾਉਂਦਾ ਸੀ ਕਿ ਇਹ ਕੰਮ ਨਾ ਕਰੋ, ਹਨਾ। ਤੇ ਜਦੋਂ ਆਪਾਂ ਕੀਤਾ ਹੀ ਹੈ, ਆਪਾਂ ਹੁਣ ਇੰਨੀ ਜਾਨਾਂ ਚਲੇ ਗਈਆਂ ਸਰ, ਕਿਆ ਉਹ ਮੋੜਾ ਨਹੀਂ ਹੈ? ਹਾਂ, ਇਸ ਤੋਂ ਪਹਿਲਾਂ ਮਾਲਟਾ ਕਾਂਡ ਜਿਹੜਾ ਕਿੰਨਾ ਮਸ਼ਹੂਰ ਹੋਇਆ ਸੀ 1996 ਦੇ ਵਿੱਚ, 170 ਪੰਜਾਬੀ ਮਰੇ ਸੀ ਸਰ ਉਹਦੇ ਵਿੱਚ। ਬਿਲਕੁਲ ਸਰ, 170 ਪੰਜਾਬੀ। ਇਹ ਬਹੁਤ ਸੈਂਸਿਟਿਵ ਚੀਜ਼ ਹੈ ਕਿ ਆਪਾਂ ਕਿੱਦਾਂ ਉਹਨੂੰ ਦੇਖ ਰਹੇ ਹਾਂ। ਜੇ ਆਪਾਂ ਇਸ ਚੀਜ਼ ਨੂੰ ਕਹਿੰਦੇ ਆ ਨਾ ਕਿ ਆਪਾਂ ਨਜ਼ਰ ਅੰਦਾਜ਼ ਵੀ ਨਹੀਂ ਕਰ ਸਕਦੇ ਕਿ ਇਹ ਹੋ ਗਿਆ। ਠੀਕ ਹੈ ਨਾ। ਆਪਣੇ ਪੰਜਾਬ ਦੇ ਬੱਚੇ ਜੇ ਜਾਂਦੇ ਆ ਨਾ, ਤੁਸੀਂ ਬੇਝਿਜਕ ਆਪਣੀ ਪ੍ਰੋਫਾਈਲ ਖੁਦ ਦੇਖੋ, ਤੁਸੀਂ ਆਪਣੀ ਕਾਬਲੀਅਤ, ਪ੍ਰਿੰਸ ਜੀ ਇਹਨਾਂ ਨੂੰ ਚਾਹੀਦਾ ਆਪ ਵੇਖਣ, ਫਿਰ ਜਾ ਕੇ ਕਿਤੇ ਆਪਾਂ ਕਿਸੇ ਤੇ ਵਿਸ਼ਵਾਸ ਕਰ ਸਕਦੇ ਆ। ਜੇ ਆਪਾਂ ਇਦਾਂ ਹੀ ਕਹੀਏ ਪਹਿਲੀ ਵਾਰੀ ਚ ਗਏ ਆਪਾਂ ਵਿਸ਼ਵਾਸ ਕਰ ਲਈਏ, ਸਰ ਨਹੀਂ ਕਰਨਾ ਚਾਹੀਦਾ। ਏਦਾਂ ਨਹੀਂ ਹੋਣਾ। ਮੈਂ ਆਪ ਕਹਿਣਾ, ਬੀਇੰਗ ਐਨ ਇਮੀਗ੍ਰੇਸ਼ਨ ਲਾਇਰ, ਮੈਂ ਆਪ ਕਹਿਣਾ, ਮੇਰੇ ਕੋਲ ਕੋਈ ਆਏਗਾ ਨਾ ਸਰ, ਮੈਂ ਦੇਖ ਕੇ ਦੱਸ ਦਾਂਗਾ, ਹੁੰਦਾ ਹੋਏਗਾ ਤੇ ਹੱਥ ਜੋੜ ਕੇ ਕਰਾਂਗੇ, ਨਹੀਂ ਹੁੰਦਾ ਹੋਏਗਾ ਹੱਥ ਜੋੜ ਕੇ ਕਹਿ ਦਾਂਗੇ ਸਰ ਗਲਤ ਕੰਮ ਨਾ ਕਰਿਓ।
ਵੀ ਸਾਡੇ ਵੱਲੋਂ ਜਵਾਬ ਹੈ, ਏਪੈਕਸ ਵੱਲੋਂ ਜਵਾਬ ਹੈ, ਕਿਸੇ ਹੋਰ ਕੋਲੇ ਚਲੇ ਜਾਣਾ ਚਲੇ। ਸਾਡੇ ਵੱਲੋਂ ਜਵਾਬ ਹੈ ਗਲਤ ਸਾਈਡ ਨਾ ਜਾਈਓ ਸਰ। ਜਾਣ ਦੇ ਤਰੀਕੇ ਬਹੁਤ ਨੇ, ਆਪਾਂ ਇਹ ਨਹੀਂ ਕਹਿੰਦੇ ਨਹੀਂ ਹੈਗੇ ਤਰੀਕੇ, ਜਾਣ ਦੇ ਤਰੀਕੇ ਬਹੁਤ ਨੇ। ਬਸ ਉਹ ਕਹਿੰਦੇ ਆ ਨਾ, ਇੱਕ ਸਮਝਦਾਰ ਵਿਅਕਤੀ ਦੇ ਹੱਥ ਜੇ ਕੋਈ ਲੱਗ ਜਾਏ ਨਾ ਤੇ ਉਹ ਅਗਲਾ ਬੰਦਾ ਵੀ ਸਮਝਦਾਰ ਕਰ ਦਿੰਦਾ। ਜੀ ਬਿਲਕੁਲ। ਜੇ ਆਪਾਂ ਕਹੀਏ ਕਿ ਆਪਾਂ ਇੱਕ ਲੈਕ ਆਫ ਐਕਸਪੀਰੀਅੰਸ ਵਾਲੇ ਬੰਦੇ ਕੋ ਚਲੇ ਜਾਈਏ ਔਰ ਸਾਡਾ ਸੁਧਾਰ ਕਰ ਦੇਗਾ, ਸਰ ਇਹ ਪੋਸੀਬਲ ਨਹੀਂ ਹੈ। ਇਹ ਗੱਲਾਂ ਤੇ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਵੋਗੇ। ਬਿਲਕੁਲ ਸਹਿਮਤ। ਔਰ ਆਪਾਂ ਚਰਚਾ ਹੀ ਇਸੇ ਕਰਕੇ ਕੀਤੀ ਹੈ ਕਿ ਬਹੁਤ ਇੰਪੋਰਟੈਂਟ ਇਸ਼ੂ ਹੈ ਔਰ ਬੜਾ ਸੀਰੀਅਸ ਲੈਣ ਵਾਲਾ ਇਸ਼ੂ ਹੈ। ਜਿੱਦਾਂ ਤਰੁਣ ਜੀ ਕਹਿ ਰਹੇ ਨੇ ਕਿ ਐਡੇ ਵੱਡੇ ਹਾਦਸਿਆਂ ਨੂੰ ਦੇਖ ਕੇ ਜੇਕਰ ਬੀਇੰਗ ਅ ਟਰੈਵਲ ਏਜੰਟ ਔਰ ਬੀਇੰਗ ਅ ਇਮੀਗ੍ਰੇਸ਼ਨ ਮਾਹਰ ਜਾਂ ਬੀਇੰਗ ਅ ਲਾਇਰ, ਜੇਕਰ ਅਸੀਂ ਇਹਨਾਂ ਨੂੰ ਨਜ਼ਰ ਅੰਦਾਜ਼ ਕਰਾਂਗੇ ਤਾਂ ਫਿਰ ਸਭ ਤੋਂ ਇੰਪੋਰਟੈਂਟ ਪਾਰਟ ਤਾਂ ਹਿਊਮੈਨਿਟੀ ਵੀ ਹੈ ਨਾ, ਮਨੁੱਖਤਾ ਵੀ ਹੈ। ਔਰ ਉਸੇ ਹਿਊਮੈਨਿਟੀ ਦੇ ਵਿੱਚੋਂ ਜਾਂ ਹਿਊਮੈਨਿਟੀ ਦੀ ਘਾਟ ਕਰਕੇ ਹੀ ਇੱਦਾਂ ਦੇ ਟਰੈਵਲ ਏਜੰਟ ਜਾਂ ਇੱਦਾਂ ਦੀਆਂ ਹੀ ਇਮੀਗ੍ਰੇਸ਼ਨ ਕੰਪਨੀਜ਼ ਨੇ ਜਿਹੜੀਆਂ ਉਹ ਸਾਡੇ ਮਾਈਂਡ ਨਾਲ ਟ੍ਰਿਕ ਗੇਮ ਖੇਡਦੀਆਂ ਨੇ। ਬੜਾ ਕੁਝ ਹੈ ਜਿਹੜਾ ਬੜਾ ਕੁਝ ਅਸੀਂ ਰੱਖਣ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ। ਮੈਂ ਉਸੇ ਸਵਾਲ ਤੇ ਸਰ ਫੇਰ ਆਉਣਾ ਵੀ ਇਹ ਇੱਦਾਂ ਗੈਰ ਕਾਨੂੰਨੀ ਪ੍ਰਵਾਸ ਦੇ ਉੱਤੇ ਕਾਨੂੰਨੀ ਕਾਰਵਾਈਆਂ ਟਰੈਵਲ ਕੰਪਨੀਜ਼ ਦੇ ਉੱਤੇ, ਟਰੈਵਲ ਏਜੰਟਾਂ ਦੇ ਉੱਤੇ, ਇਮੀਗ੍ਰੇਸ਼ਨ ਸੈਂਟਰਸ ਦੇ ਉੱਤੇ, ਮੈਨੂੰ ਲੱਗਦਾ ਕਿ ਜੇ ਆਪਾਂ ਜਲੰਧਰ ਜ਼ਿਲ੍ਹੇ ਦੇ ਹੀ ਕੇਸ ਚੱਕ ਲਈਏ, ਜਲੰਧਰ ਜ਼ਿਲ੍ਹੇ ਦੀ ਕੇਸ ਚੱਕ ਲਈਏ ਤਾਂ ਬਹੁਤ ਸਾਰੇ ਕੇਸ ਨਿਕਲੇ ਆਉਣਗੇ ਜਿਨ੍ਹਾਂ ਨੂੰ ਡੌਂਕੀ ਲਵਾਈ ਗਈ। ਉਹਨਾਂ ਦੇ ਮਾਂ-ਬਾਪ ਉਹ ਹੁਣ ਅਲੱਗ-ਅਲੱਗ ਦੇਸ਼ਾਂ 'ਚ ਰੁਲਦੇ ਫਿਰਦੇ ਆ, ਉਹਨਾਂ ਦੇ ਮਾਤਾ-ਪਿਤਾ ਇੱਥੇ ਰੋਂਦੇ ਫਿਰਦੇ ਆ, ਦੱਸਦੇ ਵੀ ਆ ਕਿ ਫਲਾਣਾ ਟਰੈਵਲ ਏਜੰਟ ਹੈ, ਇੰਨੇ ਪੈਸੇ ਲਏ, ਇੰਨੇ ਪੈਸੇ ਬਾਅਦ ਦੇ ਵਿੱਚ ਦਿੱਤੇ। ਕਾਰਵਾਈਆਂ ਕਿਉਂ ਨਹੀਂ ਹੁੰਦੀਆਂ ਜਾਂ ਕਾਰਵਾਈਆਂ ਸੁਸਤ ਕਿਉਂ ਨੇ ਇਸ ਕਿਸਮ ਦੇ ਵਿੱਚ ਸਰ? ਕਾਰਵਾਈਆਂ ਦੇਖੋ, ਆਪਾਂ ਜਦੋਂ ਇੱਕ ਏਜੰਟ ਕੋ ਜਾਂਦੇ ਆ, ਅੱਜ ਕੱਲ ਹਰ ਕਿਸੇ ਨੇ ਇੱਕ ਲੀਗਲ ਤਰੀਕਾ ਰੱਖਿਆ ਗੱਲ ਕਰਨ ਦਾ, ਰਾਈਟ? ਆਪਾਂ ਕਿੱਦਾਂ ਉਹਨੂੰ ਸਹਿਮਤ ਕਰਨਾ, ਹਰ ਕਿਸੇ ਨੇ ਇੱਕ ਚੀਜ਼ ਰੱਖੀ ਹੈ ਕਿ ਆਪਾਂ ਯਾਰ ਕੋਈ ਵੀ ਕਰਦੇ ਆ, ਕੁਝ ਵੀ ਕਰਦੇ ਆ, ਸਾਡੇ ਨਾਲ ਐਗਰੀਮੈਂਟ ਕਰ ਲੈ। ਜੀ ਬਿਲਕੁਲ। ਅੱਜ ਗੱਲ ਚੱਲਦੀ ਹੈ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਜੀ ਕਿਉਂ ਬਾਅਦ ਭਾਈ? ਕੀ ਰੀਜ਼ਨ ਬਾਅਦ ਕਿਉਂ? ਜਦ ਦੁਕਾਨਦਾਰ, ਮੈਂ ਕਹਿੰਦਾ ਰਾਸ਼ਨ ਲੈਣ ਜਾਈਏ ਕਰੋਨਾ ਦੇ ਮਾਹੌਲ 'ਚ, ਜਦੋਂ ਕਰੋਨਾ ਚੱਲਦਾ ਸੀ ਉਦੋਂ ਰਾਸ਼ਨ ਲੈਣ ਜਾਓ ਤੇ ਜਿਹੜਾ ਰਾਸ਼ਨ ਸਸਤਾ ਸੀ ਉਹ ਵੀ ਮਹਿੰਗਾ ਮਿਲਦਾ ਸੀ ਔਰ ਅਸੀਂ ਦੇ ਕੇ ਖਰੀਦਦੇ ਸੀ। ਬਿਲਕੁਲ। ਤੇ ਅੱਜ ਇਹ ਸਿਸਟਮ ਕਿਉਂ ਆ ਗਿਆ? ਇਹ ਤਾਂ ਬਹੁਤ ਵੱਡੀ ਗੇਮ ਹੈ ਨਾ, ਬਹੁਤ ਵੱਡੀ ਗੇਮ ਹੈ ਕਿ ਤੁਸੀਂ ਹੁਣ ਕਿਹਾ ਪ੍ਰਸ਼ਾਸਨ ਕਿਉਂ ਨਹੀਂ। ਸਰ ਜਦ ਆਪਾਂ ਆਪਣੇ ਹੱਥ ਕਹਿੰਦੇ ਨਾ ਵੱਢ ਕੇ ਦੇ ਦਿੱਤੇ, ਜਿਹੜੀ ਗੱਲ ਆਪਾਂ ਸਟਾਰਟਿੰਗ 'ਚ ਕੀਤੀ ਸੀ ਕਿ ਜੀ ਕਰੀਅਰ ਤੁਹਾਡੇ ਹੱਥ ਹੈ, ਸਰ ਉਹ ਕਰੀਅਰ ਤੁਹਾਡੇ ਹੱਥ ਹੋਣਾ ਬਹੁਤ ਵੱਡੀ ਗੱਲ ਹੈ। ਆਪਾਂ ਮਤਲਬ ਜ਼ੀਰੋ ਹੋ ਗਏ ਉੱਥੇ, ਉਸ ਐਗਰੀਮੈਂਟ ਦੇ ਰਾਹੀਂ ਸਾਰਾ ਕੁਝ ਆਪਾਂ ਉਹਨਾਂ ਨੂੰ ਦੇ ਦਿੰਦੇ ਹਾਂ। ਉੱਥੇ ਉਹ ਤੇ ਇੱਕ ਅੱਖਾਂ ਤੇ ਪੱਟੀ ਬੰਨਤੀ, ਯਾਰ ਤੇਰੇ ਹੱਥ ਹੀ ਆ, ਹੱਥ ਜੋੜੇ ਸਾਡਾ ਬੱਚਾ ਬਾਹਰ ਕੱਢ ਦੇ। ਕੱਢ ਦੋ, ਅਸੀਂ ਨਹੀਂ ਕਹਿੰਦੇ ਨਹੀਂ ਭੇਜਦੇ, ਭੇਜੋ, ਬਟ ਸਰ ਤਰੀਕੇ ਹੈ। ਮੈਂ ਉੱਥੇ ਆਉਣਾ ਆਪਾਂ, ਕਿਉਂਕਿ ਪ੍ਰੋਗਰਾਮ ਨੂੰ ਬਾਈਂਡ ਅਪ ਕਰਨ ਵੱਲ ਵੱਧਦੇ ਹਾਂ। ਇਟ ਮੀਨਸ ਕਿ ਲੈਕ ਆਫ ਨੌਲੇਜ ਜਿਹੜੀ ਹੈ ਉਹ ਇੰਨੀਆਂ ਕੀਮਤੀ ਜਾਨਾਂ ਲੈ ਰਹੀ ਹੈ, ਜਾਨਾਂ ਵੀ ਲੈ ਰਹੀ ਹੈ, ਜਾਂ ਫਿਰ ਉੱਥੇ ਜਾ ਕੇ ਇੱਕ ਡਰ ਦਾ ਭਾਵ, ਜਦੋਂ ਸਾਨੂੰ ਭੇਜਿਆ ਹੀ 2 ਨੰਬਰ ਦੇ ਵਿੱਚ ਗਿਆ, ਇੱਥੋਂ ਸੁਪਨੇ ਦਿਖਾਤੇ, ਉੱਥੇ ਅਸੀਂ 2 ਨੰਬਰ ਦੇ ਹਾਂ। ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਦੋਂ ਸਾਇਰਨ ਵੀ ਸੁਣਦੇ ਹੋਣਗੇ ਤਾਂ ਭੱਜਦੇ ਹੋਣਗੇ, ਉਹ ਕਿਤੇ ਵੀ ਕੰਮ ਕਰਦੇ ਹੋਣ ਜਾਂ ਨਾ ਕਰਦੇ। ਸਰ ਜਿਹੜਾ ਬੰਦਾ ਇਲੀਗਲ ਗਿਆ ਨਾ, ਜੇ ਉਹ ਸੋਚਦਾ, ਜੋ ਅੱਜ ਦੀ ਨੇਚਰ ਚੱਲ ਰਹੀ ਹੈ ਕਿ 40 ਲੱਖ ਰੁਪਇਆ ਲਾ ਕੇ ਤੇ ਜੀ ਜ਼ਿੰਦਗੀ ਸੈੱਟ ਹੋ ਗਈ, ਉਹ ਸਰ ਉਹ ਗੱਲਾਂ ਨਹੀਂ ਹੈਗੀਆਂ। ਇਹ ਸਿਰਫ ਗੁੰਮਰਾਹ ਕੀਤਾ ਜਾਂਦਾ। ਰਿਐਲਿਟੀ 'ਚ ਫੈਕਟਫੁਲੀ ਇਹ ਕੁਝ ਹੈ ਹੀ ਨਹੀਂ ਸਰ। ਜਦੋਂ ਬੱਚਾ ਕੰਮ ਕਰਦਾ ਹੈ ਨਾ, ਉੱਥੇ ਜਾ ਕੇ ਇਲੀਗਲ ਪਹੁੰਚ ਗਿਆ, ਉਹ ਜਦੋਂ ਤੁਸੀਂ ਪੁਲਿਸ ਦੇ ਸਾਇਰਨ ਵਾਲੀ ਗੱਲ ਕੀਤੀ, ਮੈਨੂੰ ਬੜੀ ਚੰਗੀ ਲੱਗੀ। ਉਹ ਪੁਲਿਸ ਦਾ ਸਾਇਰਨ ਜਦੋਂ ਵੱਜਦਾ ਹੈ ਨਾ, ਉਹ ਕੰਮ ਛੱਡ ਕੇ ਦੌੜਦਾ। ਉਹ ਦੌੜਦਾ ਕਿੱਥੇ ਆ? ਘਰ ਵੱਲ ਨੂੰ, ਕਿ ਮੈਂ ਫੜਿਆ ਨਾ ਜਾਵਾਂ ਤੇ ਮੈਨੂੰ ਚੱਕ ਕੇ ਡਿਪੋਰਟ ਨਾ ਕਰ ਦੇਣ। ਜੀ ਸਰ ਉਹ 40 ਲੱਖ ਪੂਰਾ ਹੁੰਦੇ 10 ਸਾਲ ਲੱਗ ਜਾਂਦੇ। ਆਪਾਂ YouTube ਤੇ ਕਈ ਵੀਡੀਓਜ਼ ਦੇਖਦੇ ਆ ਕਿ ਸਰਪ੍ਰਾਈਜ਼ ਦਿੱਤਾ ਜੀ, ਆਫਟਰ 8 ਸਾਲ ਬਾਅਦ ਮੈਂ ਵਾਪਸ ਆਇਆ। YouTube ਤੇ ਬਹੁਤ ਰੀਲਾਂ ਚੱਲਦੀਆਂ ਏਦਾਂ ਦੀਆਂ, ਪਿੱਛੇ ਗਾਣਾ ਲੱਗਾ ਹੁੰਦਾ ਹਨਾ। ਤੇ ਉਹ ਚੀਜ਼ ਕੀ ਹੈ? ਉਹ ਜਦੋਂ 8 ਸਾਲ ਵਿਚਾਰਾ ਧੱਕੇ ਖਾ ਕੇ ਸਾਰੀ ਜ਼ਿੰਦਗੀ ਆਪਣੇ ਮਾਂ-ਪਿਓ ਤੋਂ ਦੂਰ ਰਿਹਾ, ਮਾਂ-ਪਿਓ ਨੂੰ ਦੇਖ ਨਹੀਂ ਪਾਣਾ। ਆ ਡੌਂਕੀ ਵਾਲਾ ਜੋ ਸਿਸਟਮ ਹੈ ਇਹੀ ਹੈ ਜੀ। ਤੁਸੀਂ ਇੱਕ ਬੱਚਾ ਆਪਣੇ ਅੱਖਾਂ ਤੋਂ ਓਝਲ ਕਰ ਰਹੇ ਹੋ, ਉਹ ਵਾਪਸ ਨਹੀਂ ਆਣਾ। ਜੇ ਤੁਸੀਂ ਇਹ ਸੋਚ ਰਹੇ ਹੋ ਕਿ ਉੱਥੇ ਜਾ ਕੇ ਵਾਪਸ ਆ ਜਾਏਗਾ, ਉਹ ਅਸੀਂ ਆਪਣੇ ਬੱਚੇ ਨੂੰ ਮੌਤ ਦੇ ਮੂੰਹ 'ਚ ਧਕੇਲ ਰਹੇ ਹਾਂ। ਵਨ ਸਾਈਡਡ ਵੇ ਹੈ, ਉਹ ਵਨ ਸਾਈਡਡ ਵੇ ਹੈ, ਵਾਪਸ ਨਹੀਂ ਆ ਸਕਦਾ। ਜੇ ਵਾਪਸ ਆਣਾ ਹੈ ਨਾ ਤੇ ਦੁਬਾਰਾ ਜਾ ਨਹੀਂ ਸਕਦਾ। ਹੁਣ ਮੈਂ ਇੱਕ ਰਿਕੁਐਸਟ ਕਰਨਾ ਚਾਹਨਾ ਬੱਚਿਆਂ ਨੂੰ, ਸਾਰੇ ਜਿਹੜੇ ਵੀ ਦੇਖ ਰਹੇ ਨੇ, ਮੈਂ ਇੱਕ ਰਿਕੁਐਸਟ ਕਰਨਾ ਚਾਹਨਾ, ਜਾਓ ਯਾਰ, ਅਸੀਂ ਕਹਿੰਦੇ ਆ ਜਾਓ,
ਬਹੁਤ ਰੋਸ਼ਨ ਹੋਵੋ, ਆਪਣੇ ਮਾਪਿਓ ਨੂੰ ਇੰਨਾ ਕੁ ਖੁਸ਼ ਰੱਖੋ। ਅਸੀਂ ਚਾਹੁੰਦੇ ਆ, ਮੈਂ ਕਹਿੰਦਾ, ਮੈਂ ਚਾਹਨਾ ਤੁਸੀਂ ਜਾਣਾ ਚਾਹੁੰਦੇ ਹੋ ਨਾ, ਸਲਾਹ ਤੇ ਸਰ ਲੈਣੀ ਕਿਸੇ ਤੋਂ ਮਾੜੀ ਨਹੀਂ। ਬਿਲਕੁਲ ਜੀ, ਬਿਲਕੁਲ ਸਲਾਹ ਤੇ ਲੈ ਸਕਦੇ ਆ, ਸਲਾਹ ਲਓ। ਤੁਸੀਂ ਬੈਠੇ ਹੀ ਇਸ ਕਰਕੇ ਹੋ, ਤੁਹਾਡੀ ਕੰਸਲਟੈਂਸੀ ਇਸੇ ਕਰਕੇ ਹੈ ਜੀ। ਸਲਾਹ ਦੇਣੀ, ਸਲਾਹ ਲਓ। ਨੇਕ ਸਲਾਹ ਕਹਿੰਦੇ ਨੇਕ ਕੰਮਾਂ ਨੂੰ ਰਾਹ ਖੋਲਦੀ ਹੈ, ਠੀਕ ਹੈ ਜੀ। ਜੇ ਉਹ ਸਲਾਹ ਖੋਲੇਗੀ ਰਾਹ, ਕਿੰਨੇ ਰਸਤੇ ਜਾਣਦੇ ਸਰ। ਸਟੂਡੈਂਟ ਵੀਜ਼ਾ ਮੰਨ ਲਓ ਨਹੀਂ ਹੁੰਦਾ, ਬੱਚਾ ਆਇਲਸ ਨਹੀਂ ਕਰ ਸਕਦਾ, ਵਿਜ਼ਟਰ ਵੀਜ਼ਾ ਸਰ ਕੀ ਕਰਨਾ ਹੁੰਦਾ, ਚੀਜ਼ਾਂ ਨੂੰ ਐਕਸਪਲੋਰ ਹੀ ਕਰਨਾ ਹੈ ਜੀ। ਆਪਣੇ ਕੋਲ ਕੀ ਹੈਗਾ, ਆਪਣੇ ਪੱਲੇ ਕੀ ਹੈ, ਆਪਾਂ ਉਹ ਦੱਸਣਾ। ਵਰਕ ਪਰਮਿਟ ਸਰ ਲੀਗਲਾਈਜ਼ ਤਰੀਕੇ ਨਾਲ ਚੱਲੋ ਨਾ। ਆ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਖਤਮ ਕਰ ਦੋ ਕਹਾਣੀ। ਬਿਲਕੁਲ, ਜਦ ਤੁਹਾਨੂੰ ਪਤਾ ਹੈ ਕਿ ਤੁਹਾਡੇ ਨਾਲ ਸਰ ਇੱਕ ਛੋਟੀ ਜੀ ਗੱਲ ਹੈ, ਅੱਜ ਤੁਹਾਨੂੰ ਵੀ ਕੋਈ ਆਫਰ ਦਵੇ, ਆਪਾਂ ਦੌੜਦੇ ਆ, ਆਪਾਂ ਸ਼ਾਪਿੰਗ ਮਾਲਾਂ ਜਾਂਦੇ, ਬਾਏ 1 ਗੈਟ 1 ਫ੍ਰੀ, ਆਪਾਂ ਚੀਜ਼ ਉਹ ਚੱਕਦੇ ਆ, ਬਟ ਉਹਦੇ ਪਿੱਛੇ ਕੀਤਾ ਗਿਆ ਜਿਹੜਾ ਕੰਮ ਹੈ ਨਾ, ਉਹ ਨਹੀਂ ਦੇਖਦੇ। ਉਹ ਕੀ ਕੰਮ ਹੈ, ਉਹ 1 ਰੁਪਏ ਦੀ ਚੀਜ਼ ਤੁਹਾਨੂੰ 2 ਰੁਪਏ ਚ ਦੇਗਾ, ਔਰ ਉਹ 1 ਰੁਪਏ ਔਰ ਚੋਂ ਮੁਨਾਫਾ ਕਰ ਰਿਹਾ, ਔਰ ਤੁਹਾਨੂੰ ਕਹਿ ਕੇ ਚੱਲ ਰਿਹਾ ਬਾਏ 1 ਗੈਟ 1 ਫ੍ਰੀ। ਹੁਣ ਇਹ ਚੀਜ਼ ਨੂੰ ਸਮਝੋ, ਇਹ ਆਫਰ ਹੈ। ਤੁਸੀਂ ਆਫਰਾਂ ਦੇ ਚੱਕਰ 'ਚ ਆਪਣਾ ਕੈਰੀਅਰ ਵੇਚ ਰਹੇ ਹੋ। ਇਹ ਕਿੱਥੋਂ ਦੀ ਕਹਾਣੀ ਹੈ ਸਰ। ਮੈਂ ਤੇ ਇਹ ਕਹਿੰਦਾ, ਸਲਾਹ ਲਓ। ਤਰੀਕੇ ਬਹੁਤ ਨੇ ਜਾਣਦੇ, ਤਰੀਕੇ ਬਹੁਤ ਨੇ, ਲਾਈਨਾਂ ਬਹੁਤ ਨੇ, ਬਟ ਡੋਂਕੀ ਨਹੀਂ। ਆ ਹੱਥ ਜੋੜ ਕੇ ਹੱਲੇ ਦੁਬਾਰਾ ਬੇਨਤੀ ਕਰਦੇ ਆ ਕਿ ਡੋਂਕੀ ਨਾ ਲਓ, ਉਹਨਾਂ ਦੀ ਚੀਜ਼ਾਂ ਖਤਮ ਕਰ ਦੋ। ਜਿਹੜੀ ਜਾਨਾਂ ਚਲੇ ਗਈਆਂ ਉਹ ਵਾਪਸ ਨਹੀਂ ਆਣੀਆਂ, ਔਰ ਮਾਪਿਓ ਕਲਪਦੇ ਹੋਣਗੇ। ਬਹੁਤ ਇੰਪੋਰਟੈਂਟ ਸੀ ਤਰੁਣ ਜੀ, ਸ਼ੁਕਰੀਆ ਤੁਸੀਂ ਗੱਲਬਾਤ ਕੀਤੀ, ਔਰ ਤੁਸੀਂ ਬੜੇ ਵਿਸਥਾਰ ਨਾਲ ਬਹੁਤ ਚੀਜ਼ਾਂ ਨੂੰ ਖੋਲ ਕੇ ਸਮਝਾਉਣ ਦਾ ਯਤਨ ਕੀਤਾ ਕਿ ਸਿਰਫ ਸਾਡਾ ਬਿਜ਼ਨਸ ਸਾਡੇ ਲਈ ਇੰਪੋਰਟੈਂਟ ਨਹੀਂ ਹੈ, ਬਿਜ਼ਨਸ ਤੋਂ ਇੰਪੋਰਟੈਂਟ ਪੰਜਾਬ ਦੇ ਧੀਆਂ ਪੁੱਤ ਨੇ, ਪੰਜਾਬ ਦੇ ਲੋਕ ਨੇ। ਅਸੀਂ ਇਹ ਕੋਸ਼ਿਸ਼ ਕਰਾਂਗੇ ਪਿਆਰੇ ਦਰਸ਼ਕੋ ਕਿ ਤਰੁਣ ਜੀ ਨਾਲ ਏਪੈਕਸ ਇਮੀਗ੍ਰੇਸ਼ਨ ਐਕਸਪ੍ਰੈਸ ਪ੍ਰਾਈਵੇਟ ਲਿਮਟਿਡ, ਇਹਨਾਂ ਦੇ ਨਾਲ, ਤਰੁਣ ਕੁਮਾਰ ਜੀ ਦੇ ਨਾਲ ਅੱਗੇ ਜਦੋਂ ਆਪਾਂ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਸਾਂਝ ਪਾਵਾਂਗੇ, ਤਾਂ ਜਿਹੜੀਆਂ ਗੱਲਾਂ ਨੂੰ ਆਪਾਂ ਅੱਜ ਐਡਰੈਸ ਹੋਏ ਆ, ਏਜੰਟਾਂ ਦੀਆਂ ਚਾਲਾਂ ਕੀ ਹੁੰਦੀਆਂ ਨੇ, ਏਜੰਟਾਂ ਦੇ ਕਿਹੜੇ ਟ੍ਰਿਕ ਹੁੰਦੇ ਨੇ ਜਿਹਦੇ ਨਾਲ ਅਸੀਂ ਉਹਦੇ ਵਿੱਚ ਫਸਦੇ ਆ, ਨੌਲੇਜ ਕਿਵੇਂ ਗੇਨ ਕਰਨੀ ਹੈ ਕਿ ਅਸੀਂ ਆਪਣੀਆਂ ਫਾਈਲਾਂ ਕਿਵੇਂ ਲਾ ਸਕਦੇ ਹਾਂ, ਕਿਹੜੇ ਕਿਸਮ ਦੇ ਵੀਜ਼ੇ ਹੁੰਦੇ ਆ, ਆਹ ਜਿਹੜੀਆਂ ਗੱਲਾਂ ਕਿ 4 ਲੱਖ ਦੇ ਵਿੱਚ ਵੀਜ਼ਾ ਲਵਾਓ ਤੇ ਕੈਨੇਡਾ ਦੇ ਵਿੱਚ PR ਹੋ ਜਾਓ, ਸੈਟਲ ਹੋ ਜਾਓ, ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਤੇ ਡੌਂਕੀਆਂ ਲਵਾਉਣ ਤੋਂ ਪਹਿਲਾਂ ਤੁਹਾਨੂੰ ਜਿਹੜੇ ਸੁਪਨੇ ਦਿਖਾਏ ਜਾਂਦੇ ਆ, ਇਹਨਾਂ ਸਾਰੀਆਂ ਚੀਜ਼ਾਂ ਨੂੰ ਐਡਰੈਸ ਕਰਾਂਗੇ ਆਪਾਂ, ਇਹਨਾਂ ਦੇ ਨਾਲ ਐਡਰੈਸ ਹੋਵਾਂਗੇ। ਪਰ ਅੱਜ ਫਿਲਹਾਲ ਸਾਨੂੰ ਇੱਥੇ ਹੀ ਰੁਕਣ ਦਾ ਇਸ਼ਾਰਾ ਹੋਇਆ, ਇੱਥੇ ਹੀ ਰੁਕਣਾ ਪਏਗਾ, ਕਿਉਂਕਿ ਅੱਜ ਦਾ ਮੁੱਦਾ ਬਹੁਤ ਸੰਜੀਦਾ ਸੀ, ਬਹੁਤ ਸੀਰੀਅਸ ਸੀ, ਬਹੁਤ ਸਾਰੀਆਂ ਕੀਮਤੀ ਜਾਨਾਂ ਗਈਆਂ ਨੇ। ਔਰ ਅਸੀਂ ਮੈਂ ਤੇ ਤਰੁਣ ਜੀ ਆਸ ਤੇ ਉਮੀਦ ਕਰਦੇ ਹਾਂ ਕਿ ਜਿੰਨਾ ਕੁ ਅਸੀਂ ਅੱਜ ਤੁਹਾਨੂੰ ਦੱਸਣ ਦੀ ਜਾਂ ਸਮਝਾਉਣ ਦਾ ਯਤਨ ਕੀਤਾ, ਤੁਸੀਂ ਜ਼ਰੂਰ ਸਮਝੋਗੇ ਤੇ ਆਪਣੇ ਫਿਊਚਰ ਨੂੰ ਚੰਗਾ ਬਣਾਉਣ ਦਾ ਯਤਨ ਕਰੋਗੇ, ਕੋਸ਼ਿਸ਼ ਕਰੋਗੇ, ਤਰੁਣ ਜੀ ਵੱਲੋਂ ਦੱਸੀਆਂ ਹੋਈਆਂ ਗੱਲਾਂ ਨੂੰ ਸਿੱਖ ਕੇ ਜਾਂ ਉਹਨਾਂ ਸਲਾਹਾਂ ਨੂੰ ਮੰਨ ਕੇ। ਤਰੁਣ ਜੀ ਬਹੁਤ ਸ਼ੁਕਰੀਆ, ਬਹੁਤ ਥੈਂਕ ਯੂ। ਮੇਰੇ ਦਰਸ਼ਕੋ ਸਤਿ ਸ਼੍ਰੀ ਅਕਾਲ।